तो दोस्तों सब का स्वागत है ਤੁਹਾਡੇ ਆਪਣੇ ਚੈਨਲ एग्जाम केयर 14 ਦੇ ਵਿੱਚ ਇਹ ਰਿਕਾਰਡਡ ਕਲਾਸ ਆ। ਤੇ ਪਿਛਲੀ ਕਲਾਸ ਜੇਕਰ ਤੁਸੀਂ ਦੇਖੀ ਹੋਣੀ ਆ ਤਾਂ ਮੇਰੇ ਬਹੁਤ ਸਾਰਾ ਪਿਆਰ ਮਿਲਿਆ ਤੇ ਜਿਨ੍ਹਾਂ ਨੇ ਲਾਈਕ ਕੀਤਾ ਜਾਂ ਜਿਨ੍ਹਾਂ ਨੇ ਦੇਖਿਆ ਤਾਂ ਉਹਨਾਂ ਦੇ ਲਈ ਸਪੈਸ਼ਲ ਜਿਨ੍ਹਾਂ ਨੇ ਡਿਮਾਂਡ ਕੀਤੀ ਕਿ ਸਰ ਹੋਰ ਵੀਡੀਓ ਬਣਾਓ ਤਾਂ ਸਪੈਸ਼ਲ ਉਹਨਾਂ ਦੇ ਲਈ ਇਹ ਤੇ ਵੀਡੀਓ ਦੇ ਅੰਤ ਤੱਕ ਜ਼ਰੂਰ ਬਣੇ ਰਹੋ। ਬਸ ਇੰਨੀ ਕੁ ਗੱਲ ਹੈ। ਲਾਈਕ ਸ਼ੇਅਰ ਤਾਂ ਤੁਸੀਂ ਆਪਣੇ ਆਪ ਹੀ ਕਰ ਦੋਗੇ ਕਿਉਂਕਿ ਕੰਟੈਂਟ ਦੀ ਪਹਿਚਾਣ ਹੁੰਦੀ ਹੈ ਬੰਦੇ ਨੂੰ ਤੇ ਹੀਰਾ ਜੋਰੀ ਹੀ ਪਹਿਚਾਣ ਸਕਦਾ ਬਸ ਜਿਹੜੀ ਮੇਨ ਗੱਲ ਆ ਮੁੱਕਦੀ। ਹੁਣ ਬਾਕੀ ਤੁਸੀਂ ਇਹਨੂੰ ਲਾਈਕ ਕਰਨਾ ਸ਼ੇਅਰ ਕਰਨਾ ਇਹ ਤਾਂ ਤੁਹਾਡੀ ਜ਼ਿੰਮੇਵਾਰੀ ਹੈ ਬਸ ਨਾ ਮੈਂ ਕਹਿੰਦਾ ਹੈਗਾ। ਤਾਂ ਚਲੋ ਦੇਰ ਨਾ ਕਰਦੇ ਹੋਏ ਸਟਾਰਟ ਕਰਦੇ ਹਾਂ। ਪਿਛਲੀ ਵੀਡੀਓ ਦੇ ਵਿੱਚ ਆਪਾਂ ਜਿੱਥੋਂ ਤੱਕ ਸੀਗਾ ਪੰਜਾਬ ਦੇ ਵਿੱਚ ਸੰਪਰਦਾਇਕ ਉਭਾਰ ਬਾਰੇ ਆਪਾਂ ਗੱਲ ਕਰ ਲਈ ਸੀਗੀ ਤੇ ਕਿਤੇ ਨਾ ਕਿਤੇ ਜੇਕਰ ਉਸ ਉਭਾਰ ਦੇ ਵਿੱਚ ਆਪਾਂ ਦੇਖੀਏ ਤਾਂ ਪੰਜਾਬ ਦੇ ਵਿੱਚ ਅਹਿਮਦੀਆ ਅੰਦੋਲਨ, ਆਰਿਆ ਸਮਾਜ ਅੰਦੋਲਨ ਜਾਂ ਆਪਾਂ ਗੱਲ ਕਰ ਲਈਏ ਧਾਰਮਿਕ ਨਿਰੰਕਾਰੀਆਂ ਦਾ ਅੰਦੋਲਨ, ਠੀਕ ਹੈ, ਤਾਂ ਕਿਤੇ ਨਾ ਕਿਤੇ ਇਹ ਬਹੁਤ ਵੱਡੇ ਪੱਧਰ 'ਤੇ ਹੋਏ ਸੀਗੇ ਅਤੇ ਇਹਨਾਂ ਬਾਰੇ ਆਪਾਂ ਡਿਟੇਲ 'ਚ ਜ਼ਿਕਰ ਕਰਾਂਗੇ ਇਕੱਲੇ ਇਕੱਲੇ। ਅਤੇ ਅਹਿਮਦੀਆ ਕੀ ਹੈਗਾ, ਆਰਿਆ ਸਮਾਜ ਕੀ ਹੈਗਾ, ਇਹਨਾਂ ਦੇ ਡਿਟੇਲ ਦੇ ਵਿੱਚ ਪੂਰੀ ਡਿਟੇਲ ਦੀ ਵੀਡੀਓ ਆਪਾਂ ਇਹਦੀ ਕੰਸੈਪਟ ਦੇ ਉੱਪਰ ਹਰੇਕ ਕੰਸੈਪਟ ਆਪਾਂ ਇਹਦਾ ਦੇਖਾਂਗੇ। ਤਾਂ ਹੁਣ ਉਹਨਾਂ ਤੋਂ ਬਾਅਦ ਆਪਾਂ ਜਦ ਆਉਂਦੇ ਹਾਂ ਦੁਬਾਰਾ ਪੰਜਾਬ ਦੇ ਵਿੱਚ ਹੁਣ ਗੁਰਦੁਆਰਾ ਸੁਧਾਰ ਅੰਦੋਲਨ ਜਦੋਂ ਜਿਹੜੇ ਹੋਏ ਨੇਗੇ ਉਹਨਾਂ ਨੇ ਕਿਤੇ ਨਾ ਕਿਤੇ ਬਹੁਤ ਮਹੱਤਵ, ਮੈਂ ਕਹਿਣਾ 90% ਜਿਹੜਾ ਯੋਗਦਾਨ ਹੈਗਾ ਗੁਰਦੁਆਰਾ ਸੁਧਾਰ ਅੰਦੋਲਨਾਂ ਦਾ ਹੀ ਪੰਜਾਬ ਨੂੰ ਅੱਜ ਦੀ ਜਿਹੜੀ ਸ਼ੇਪ ਹੈ ਉਹ ਦੇਣ ਦੇ ਵਿੱਚ ਰਿਹਾ। ਕਿਉਂਕਿ 1902 ਦੇ ਵਿੱਚ ਆਪਾਂ ਨੂੰ ਇੱਕ ਨਾਮ ਦੇਖਣ ਨੂੰ ਮਿਲਿਆ ਸੀਗਾ ਸੁੰਦਰ ਸਿੰਘ ਮਜੀਠੀਆ ਦੇ ਇੱਕ ਚੀਫ ਖਾਲਸਾ ਦੀਵਾਨ ਜਿਹੜੀ ਕੇਂਦਰੀ ਸੰਸਥਾ ਬਣੀ ਸੀਗੀ। ਚੀਫ ਖਾਲਸਾ ਦੀਵਾਨ ਇੱਕ ਕੇਂਦਰੀ ਸੰਸਥਾ ਬਣੀ ਸੀਗੀ, ਉਹਦੀ ਆਪਾਂ ਗੱਲ ਕਰਦੇ ਹਾਂ ਸਿੰਘ ਸਭਾ ਦੀ ਕੇਂਦਰੀ ਸੰਸਥਾ ਆਪਣੇ ਕੋਲ ਆਈ ਸੀ ਸਾਹਮਣੇ ਚੀਫ ਖਾਲਸਾ ਦੀਵਾਨ। ਅਤੇ ਚੀਫ ਖਾਲਸਾ ਦੀਵਾਨ ਦੀ ਜਿਹੜੀ ਹੈ ਸਥਾਪਨਾ ਕਿਤੇ ਨਾ ਕਿਤੇ ਸੁੰਦਰ ਸਿੰਘ ਮਜੀਠੀਆ ਸਭ ਤੋਂ ਜ਼ਿਆਦਾ ਉਹਦੇ ਉੱਪਰ ਆਪਣਾ ਪ੍ਰਭਾਵ ਛੱਡਦਾ ਰਿਹਾ। ਉਹ 1902 ਦੇ ਵਿੱਚ ਇਹਦੇ ਪ੍ਰਧਾਨ ਬਣੇ ਅਤੇ ਸਕੱਤਰ ਬਣੇ ਅਤੇ 1921 ਤੱਕ ਲਗਾਤਾਰ ਸਕੱਤਰ ਰਹੇ। ਫਿਰ ਇੱਕ ਮਹੱਤਵਪੂਰਨ ਡੇਟ ਆਪਾਂ ਕਰੀ ਸੀਗੀ ਜੇ ਪਿਛਲੀ ਵੀਡੀਓ ਦੇ ਵਿੱਚ ਜੇਕਰ ਤੁਸੀਂ ਦੇਖੀ ਹੋਊਗੀ ਤਾਂ ਉਹਦੇ ਵਿੱਚ ਆਪਾਂ 15 ਨਵੰਬਰ ਇੱਕ ਮਹੱਤਵਪੂਰਨ ਡੇਟ ਕਰੀ ਸੀਗੀ ਜਿਹਦੇ ਵਿੱਚ 15 ਨਵੰਬਰ 1920 ਮਹੱਤਵਪੂਰਨ ਡੇਟ ਹੈ, ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਹੈ। ਜੇਕਰ ਤੁਸੀਂ ਪੜ੍ਹ ਰਹੇ ਹੋ ਤਾਂ ਇਹ ਡੇਟ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ। SGPC ਦੀ ਸਥਾਪਨਾ ਇੱਥੇ ਹੁੰਦੀ ਹੈ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ 15 ਨਵੰਬਰ 1920 ਨੂੰ। ਅਤੇ ਹੁਣ ਇਸ ਤੋਂ ਬਾਅਦ ਲਗਭਗ ਇੱਕ ਮਹੀਨਾ ਬਾਅਦ 20 ਦਸੰਬਰ 1920 ਦੀ ਗੱਲ ਹੈ, ਇੱਕ ਹੋਰ ਦਲ ਹੈ ਪੰਜਾਬ ਦੇ ਵਿੱਚ ਸਾਹਮਣੇ ਆਉਂਦਾ ਹੈ। ਤਾਂ SGPC ਦੀ ਸਥਾਪਨਾ ਮਹੱਤਵਪੂਰਨ ਹੁਣ 20 ਦਸੰਬਰ 1920 ਨੂੰ ਇੱਕ ਮਹੱਤਵਪੂਰਨ ਦਲ ਪੰਜਾਬ ਦੇ ਵਿੱਚ ਉੱਭਰ ਕੇ ਆਇਆ 20 ਦਸੰਬਰ 1920 ਜਿਹਨੂੰ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਆ। ਅਤੇ ਇਹ ਡੇਟ ਵੀ ਯਾਦ ਰੱਖਣੀ ਹੈ, 20 ਦਸੰਬਰ ਜ਼ਰੂਰ ਯਾਦ ਰੱਖਿਓ। 1920 ਲੋਕਾਂ ਨੂੰ ਪਤਾ ਹੈ, ਐਗਜ਼ਾਮੀਨਰ ਦੇ ਧਿਆਨ ਦੇ ਵਿੱਚ ਹੈਗਾ 20 ਦਸੰਬਰ ਆਪਾਂ ਨੇ ਜ਼ਰੂਰ ਯਾਦ ਰੱਖਣਾ। ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਕਿਤੇ ਨਾ ਕਿਤੇ ਸੁੰਦਰ ਸਿੰਘ ਮਜੀਠੀਆ ਮਹੱਤਵਪੂਰਨ ਯੋਗਦਾਨ ਦਿੰਦਾ ਰਿਹਾ ਅਤੇ ਉਸ ਟਾਈਮ ਹੀ ਗਾਂਧੀ ਜੀ ਦਾ ਨਾ ਮਿਲਵਰਤਨ ਅੰਦੋਲਨ ਚੱਲ ਰਿਹਾ ਸੀਗਾ। ਤਾਂ ਕੀ ਹੋਇਆ, ਜਿਹੜੇ ਆਪਣੇ ਸੀਗੇ SGPC ਅਤੇ ਅਕਾਲੀ ਦਲ ਇਹਨਾਂ ਨੇ ਸਾਂਠ-ਗਾਂਠ ਕਰ ਲਈ ਗਾਂਧੀ ਜੀ ਦੇ ਨਾਲ ਅਤੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਰਾਸ਼ਟਰੀ ਪੱਧਰ 'ਤੇ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਮਹੱਤਵਪੂਰਨ ਨੇਤਾ ਹੋਏ ਨੇ ਖੜਕ ਸਿੰਘ ਮਹੱਤਵਪੂਰਨ ਨੇਤਾ ਸੀਗੇ ਉਸ ਟਾਈਮ। ਅਤੇ ਇਹਨਾਂ ਨੂੰ 21 ਮਈ 1921 ਦੇ ਵਿੱਚ ਲਗਭਗ ਇਹਨਾਂ ਦਾ ਪ੍ਰਧਾਨ ਬਣਾਤਾ SGPC ਦਾ। 20 ਮਈ ਦੀ ਹੁਣ ਆਪਾਂ ਗੱਲ ਕਰਦੇ, ਮਹੱਤਵਪੂਰਨ ਘਟਨਾ ਹੋਈ ਸੀਗੀ ਇਸ ਦਿਨ ਵੀ। ਹੁਣ ਗੱਲ ਇੱਥੇ ਹੀ ਖਤਮ ਨਹੀਂ। ਬਾਬਾ ਖੜਕ ਸਿੰਘ ਜਦੋਂ ਪ੍ਰਧਾਨ ਬਣੇ ਤਾਂ ਲਗਭਗ ਰਾਸ਼ਟਰਵਾਦੀ ਨੇਤਾ ਸੀਗੇ ਬਾਬਾ ਖੜਕ ਸਿੰਘ। ਜਦੋਂ SGPC ਦੇ ਪ੍ਰਧਾਨ ਬਣ ਜਾਂਦੇ ਨੇਗੇ ਤਾਂ ਹੁਣ ਇੱਕ 1919 ਦਾ ਜਦੋਂ ਆਪਾਂ ਦੇਖਦੇ ਹਾਂ ਚਾਰਟਰ ਐਕਟ ਜਾਂ ਅਧੀਨਿਯਮ ਆਉਂਦਾ ਹੈ ਜਿਹਨੂੰ ਮੌਂਟੇਗਿਊ ਚੇਮਸਫੋਰਡ ਸੁਧਾਰ ਕਿਹਾ ਜਾਂਦਾ ਹੈ। ਮੌਂਟੇਗਿਊ ਚੇਮਸਫੋਰਡ ਕਿਉਂਕਿ ਉਸ ਟਾਈਮ ਮੌਂਟੇਗਿਊ ਕੀ ਸੀਗੇ, ਭਾਰਤ ਦੇ ਸਚਿਵ ਸੀਗੇ, ਚੇਮਸਫੋਰਡ ਭਾਰਤ ਦੇ ਉਸ ਟਾਈਮ ਵਾਇਸਰਾਏ ਸੀਗੇ। ਇਹਨਾਂ ਨੇ ਇੱਕ ਮਹੱਤਵਪੂਰਨ ਜਿਹੜਾ ਸੁਧਾਰ ਕੀਤਾ ਸੀਗਾ, ਇਹਦੇ ਵਿੱਚ ਸਿੱਖਾਂ ਨੂੰ ਵੋਟਿੰਗ ਰਾਈਟ ਮਿਲ ਗਿਆ ਸੀਗਾ, ਈਸਾਈਆਂ ਨੂੰ ਵੋਟਿੰਗ ਰਾਈਟ ਮਿਲ ਗਿਆ ਸੀਗਾ
ਵੋਟਿੰਗ ਅਧਿਕਾਰ ਦਾ ਜਿਹੜਾ ਕਿਤੇ ਨਾ ਕਿਤੇ ਵਿਸਤਾਰ ਹੋਇਆ ਸੀ ਇੱਥੇ। ਅਤੇ ਹੁਣ ਇਹ ਚੀਜ਼ ਦੇ ਨਾਲ ਹੀ ਇੱਕ ਆਯੋਗ ਬਣਾਇਆ ਸੀਗਾ ਇਹਨਾਂ ਨੇ, ਵਿਧੀ ਆਯੋਗ, ਜਿਹੜਾ ਕਾਨੂੰਨੀ ਆਯੋਗ ਇੱਥੇ ਕਿਤੇ ਨਾ ਕਿਤੇ ਸਥਾਪਿਤ ਕੀਤਾ ਸੀਗਾ। ਅਤੇ ਉਹ ਇੱਕ ਕਾਨੂੰਨੀ ਆਯੋਗ ਇਹਨਾਂ ਨੇ ਟਾਈਮ ਦਿੱਤਾ ਕਿ 10 ਸਾਲ ਬਾਅਦ ਇੱਕ ਆਯੋਗ ਬਣੂਗਾ ਜੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵਿਧਿਕ ਜਿਹੜੀਆਂ ਜ਼ਰੂਰਤਾਂ ਨੇ ਉਹਦੀ ਛਾਣਬੀਣ ਕਰੂਗਾ। ਇਸੇ ਸੰਦਰਭ ਦੇ ਵਿੱਚ 1929 ਦੇ ਵਿੱਚ ਇੱਕ ਆਯੋਗ ਬਣਨਾ ਸੀਗਾ, ਜਿਹੜਾ ਇਹਨਾਂ ਨੇ 1927 ਦੇ ਵਿੱਚ ਬਣਾਤਾ। 1927 ਦੇ ਵਿੱਚ ਉਹ ਆਯੋਗ ਬਣਾਤਾ ਤਾਂ 1927 ਦੇ ਵਿੱਚ ਸਾਈਮਨ ਕਮਿਸ਼ਨ ਨਾਮ 'ਤੇ ਉਹ ਆਯੋਗ ਬਣਿਆ। ਅਤੇ ਉਸ ਆਯੋਗ ਦਾ ਵਿਰੋਧ ਹੋਇਆ ਕਿਉਂਕਿ ਉਹਦੇ 7 ਮੈਂਬਰ ਸੀਗੇ, 7 ਮੈਂਬਰਾਂ ਦੇ ਵਿੱਚੋਂ ਕੋਈ ਵੀ ਭਾਰਤੀ ਨਹੀਂ ਸੀਗਾ। ਇਹਦਾ ਡਾਇਰੈਕਟਲੀ ਵਿਰੋਧ ਕਰਤਾ, ਸਾਰਿਆਂ ਨੇ ਵਿਰੋਧ ਕੀਤਾ ਕਿ ਅਸੀਂ ਨਹੀਂ। ਫਿਰ ਕਿਤੇ ਨਾ ਕਿਤੇ ਆਪਾਂ ਦੇਖਿਆ ਕਿ ਜਿਹੜਾ ਗੁਰਦੁਆਰਾ ਸੁਧਾਰ ਅੰਦੋਲਨ ਚੱਲ ਰਿਹਾ ਸੀਗਾ, ਤਾਂ 1925 ਦੇ ਵਿੱਚ ਇੱਕ ਮਹੱਤਵਪੂਰਨ ਐਕਟ ਪਾਸ ਹੁੰਦਾ ਹੈ ਜਿਹਨੂੰ ਗੁਰਦੁਆਰਾ ਸੁਧਾਰ ਐਕਟ ਕਹਿੰਦੇ ਆ। ਇਹ ਗੁਰਦੁਆਰਾ ਸੁਧਾਰ ਐਕਟ ਕਿਉਂ ਪਾਸ ਹੋਇਆ ਸੀਗਾ? 1920 ਤੋਂ ਲੈ ਕੇ 1925 ਤੱਕ ਲਗਾਤਾਰ ਜਿਹੜੇ ਮੋਰਚੇ ਸੀਗੇ ਚੱਲਦੇ ਰਹੇ। ਪਹਿਲਾ ਮੋਰਚਾ ਲੱਗਿਆ ਨਨਕਾਣਾ ਸਾਹਿਬ ਦਾ, ਦੂਜਾ ਮੋਰਚਾ ਲੱਗਿਆ ਅੰਮ੍ਰਿਤਸਰ ਸਾਹਿਬ ਦਾ, ਤੀਜਾ ਮੋਰਚਾ ਲੱਗਿਆ ਗੁਰੂ ਕਾ ਬਾਗ ਮੋਰਚਾ, ਚੌਥਾ ਮੋਰਚਾ ਲੱਗਿਆ ਜੈਤੋ ਦਾ, ਅਤੇ ਫਿਰ ਭਾਈ ਫੇਰੂ ਸਿੰਘ ਜੀ ਦਾ ਮੋਰਚਾ। ਇਹ ਮੋਰਚਿਆਂ 'ਤੇ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ। ਨਨਕਾਣਾ ਸਾਹਿਬ ਦੇ ਵਿੱਚ ਤਾਂ ਆਪਾਂ ਜੇਕਰ ਗੱਲ ਕਰੀਏ ਬਹੁਤ ਜ਼ਿਆਦਾ ਸਿੱਖ ਮਾਰੇ ਗਏ ਸੀਗੇ, ਅਤੇ ਗੁਰੂ ਕਾ ਬਾਗ ਮੋਰਚਾ ਦੇ ਵਿੱਚ ਵੀ ਕਿਤੇ ਨਾ ਕਿਤੇ ਹਿੰਸਕ ਘਟਨਾਵਾਂ ਹੋਈਆਂ ਸੀਗੀਆਂ। ਤਾਂ ਹੁਣ 1925 ਦੇ ਵਿੱਚ ਪੰਜਾਬ ਲੈਜਿਸਲੇਟਿਵ ਕੌਂਸਲ ਦੇ ਵਿੱਚ ਸਿੱਖ, ਹੁਣ ਇਹ ਵੀ ਧਿਆਨ ਦੇਣ ਯੋਗ ਗੱਲ ਹੈ ਕਿ ਜਿਹੜਾ ਇਹ ਐਕਟ ਹੈ ਪੰਜਾਬ ਲੈਜਿਸਲੇਟਿਵ ਕੌਂਸਲ ਦੇ ਵਿੱਚ ਪਾਸ ਹੋਇਆ ਸੀਗਾ। ਇਹ ਕੇਂਦਰੀ ਨਹੀਂ ਸੀਗਾ, ਪੰਜਾਬ ਲੈਜਿਸਲੇਟਿਵ ਕੌਂਸਲ ਸੀ ਜਿਹੜੀ ਉਸਨੇ ਇਹਨੂੰ ਪਾਸ ਕਰਿਆ ਸੀਗਾ। ਇਸ ਤਰ੍ਹਾਂ ਕੀ ਹੋਇਆ, SGPC ਅਤੇ ਅਕਾਲੀ ਦਲ ਨੇ ਸਭ ਤੋਂ ਮਹੱਤਵਪੂਰਨ ਸੰਸਥਾਵਾਂ ਦੇ ਵਿੱਚ ਉੱਭਰ ਕੇ ਜਦੋਂ ਇਹ ਸਾਹਮਣੇ ਆਈਆਂ ਤਾਂ ਇਹ ਗੁਰਦੁਆਰਾ ਐਕਟ ਦੇ ਤੌਰ 'ਤੇ ਇਹ ਸਰਪ੍ਰਸਤ ਬਣ ਗਏ ਗੁਰਦੁਆਰਿਆਂ ਦੇ। ਇੱਕ SGPC ਅਤੇ ਇੱਕ ਅਕਾਲੀ ਦਲ। ਇਹ ਗੱਲਾਂ ਚੱਲਦੀਆਂ ਰਹੀਆਂ। ਹੁਣ ਮਹੱਤਵਪੂਰਨ ਜਿਹੜਾ ਟਾਈਮ ਆਉਂਦਾ, ਆਪਣੇ ਪੇਪਰਾਂ ਦੇ ਵਿੱਚ ਬਹੁਤ ਵਾਰੀ ਆਪਾਂ ਨੂੰ ਦੇਖਣ ਨੂੰ ਮਿਲਿਆ ਨਹਿਰੂ ਰਿਪੋਰਟ। ਬੇਸ਼ੱਕ ਉਹ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਨਹੀਂ ਹੈਗਾ, ਪਰ ਕਿਤੇ ਨਾ ਕਿਤੇ ਉਹ ਨਹਿਰੂ ਰਿਪੋਰਟ ਦਾ ਵੀ ਆਪਾਂ ਪੁਨਰਗਠਨ ਦੇ ਉੱਪਰ ਕਿਤੇ ਨਾ ਕਿਤੇ ਪ੍ਰਭਾਵ ਦੇਖਾਂਗੇ। 1928 ਦੇ ਵਿੱਚ ਮੋਤੀ ਲਾਲ ਨਹਿਰੂ ਨੂੰ ਸੰਵਿਧਾਨਕ ਸੰਰਚਨਾਵਾਂ ਦੀ ਇੱਕ ਰਿਪੋਰਟ ਤਿਆਰ ਕਰਨ ਲਈ ਕਿਹਾ ਜਾਂਦਾ। ਉਹਨੂੰ ਕਿਹਾ ਜਾਂਦਾ ਵੀ ਤੁਸੀਂ ਇੱਕ ਸੰਵਿਧਾਨ ਜਾਂ ਇੱਕ ਸੰਵਿਧਾਨਕ ਦਸਤਾਵੇਜ਼ ਤਿਆਰ ਕਰਨ ਦੀ ਗੱਲ ਕੀਤੀ ਜਾਂਦੀ ਹੈ। ਤਾਂ ਮੋਤੀ ਲਾਲ ਨਹਿਰੂ ਇੱਕ ਰਿਪੋਰਟ ਕਰਦਾ ਹੈ। ਇਹ 10 ਅਗਸਤ 1928 ਨੂੰ ਇਹ ਪੇਸ਼ ਕੀਤੀ ਜਾਂਦੀ ਹੈ। ਤਾਂ ਇਹਦੇ ਵਿੱਚ ਰਿਪੋਰਟ ਦੇ ਵਿੱਚ ਕੀ ਕਿਹਾ ਗਿਆ ਸੀਗਾ? ਸੰਯੁਕਤ ਚੋਣ ਪ੍ਰਣਾਲੀ ਦੀ ਗੱਲ ਕੀਤੀ ਗਈ ਸੀਗੀ। ਇੱਥੇ ਵਿਰੋਧ ਨਹੀਂ ਕੀਤਾ ਕਿ ਜਿਹੜਾ ਰਾਈਟ ਮਿਲਿਆ ਹੋਇਆ ਘੱਟ ਗਿਣਤੀਆਂ ਨੂੰ, ਉਹ ਰਾਈਟ ਦਾ ਵਿਰੋਧ ਨਹੀਂ ਕੀਤਾ, ਪਰ ਇੰਨਾ ਕਿਹਾ ਗਿਆ ਵੀ ਜਿਹੜੀ ਵੋਟਿੰਗ ਹੈ ਉਹ ਸੰਯੁਕਤ ਹੋਣੀ ਚਾਹੀਦੀ ਹੈ, ਉਹ ਸੰਪਰਦਾਇਕ ਵੋਟਿੰਗ ਨਹੀਂ ਹੋਣੀ ਚਾਹੀਦੀ। ਅਤੇ ਇਸ ਦਾ ਕਿਤੇ ਨਾ ਕਿਤੇ ਸਿੱਖਾਂ ਨੇ ਵੀ ਇਸ ਦਾ ਵਿਰੋਧ ਕੀਤਾ। ਮੁਸਲਿਮ ਲੀਗ ਨੇ ਕਹਿਤਾ ਵੀ ਤੁਸੀਂ ਐਂ ਕਰੋ, ਸਾਡੀਆਂ 15 ਮੰਗਾਂ ਮੰਨ ਲਵੋ ਅਤੇ ਅਸੀਂ ਤਾਂ ਇਹ ਨਹਿਰੂ ਰਿਪੋਰਟ ਨੂੰ ਸਮਰਥਨ ਦੇ ਦਿੰਦੇ ਹਾਂ। ਪਰ ਲੇਕਿਨ ਕਾਂਗਰਸ ਉੱਥੇ ਪਿੱਛੇ ਪੈਰ ਪਾ ਗਈ ਅਤੇ ਸਿੱਖਾਂ ਨੇ ਕਿਹਾ ਕਿ ਇਹ 1916 ਦੇ ਲਖਨਊ ਸਮਝੌਤੇ ਵਾਂਗੂ ਸਾਨੂੰ ਇੱਕ ਛੋਟਾ ਜਿਹਾ ਧੋਖਾ ਦੇਣ ਯੋਗ ਵਾਲੀ ਗੱਲ ਹੈ। ਹੁਣ ਇਹ ਨਹਿਰੂ ਕਮੇਟੀ ਹੋਈ, ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਮਹੱਤਵਪੂਰਨ ਸੈਸ਼ਨ ਹੁੰਦਾ ਹੈ 1929 ਦੇ ਵਿੱਚ। ਜੇਕਰ ਅੱਜ ਆਪਾਂ ਭਾਰਤੀ ਸੰਵਿਧਾਨ ਦਾ ਜਿਹੜਾ ਦਿਵਸ ਮਨਾ ਰਹੇ ਹਾਂ 26 ਜਨਵਰੀ, ਉਹ ਕਿਤੇ ਨਾ ਕਿਤੇ 1929 ਦਾ ਜਿਹੜਾ ਲਾਹੌਰ ਅਧਿਵੇਸ਼ਨ ਹੈ ਉਹਦੇ ਵਿੱਚ ਜਿਹੜੇ ਇਹਦੇ ਪ੍ਰਧਾਨ ਸੀਗੇ ਜਵਾਹਰ ਲਾਲ ਨਹਿਰੂ, ਉਹਨਾਂ ਨੇ ਇੱਕ ਪ੍ਰਸਤਾਵ ਪਾਸ ਕੀਤਾ ਸੀਗਾ ਜਿਹਨੂੰ ਸੁਤੰਤਰਤਾ ਪ੍ਰਸਤਾਵ ਕਹਿੰਦੇ ਆ, ਅਤੇ 26 ਜਨਵਰੀ ਨੂੰ ਆਜ਼ਾਦੀ ਦਿਵਸ ਮਨਾਉਣ ਦੀ ਘੋਸ਼ਣਾ ਕੀਤੀ ਸੀਗੀ। ਫਿਰ ਇਹ ਆਪਾਂ ਕਿਉਂ ਡਿਸਕਸ ਕਰ ਰਹੇ ਹਾਂ? ਕਿਉਂਕਿ ਇਸ ਸੈਸ਼ਨ ਤੋਂ ਇੱਕਦਮ ਬਾਅਦ ਦੋਨੋਂ ਨਹਿਰੂ ਆਪਾਂ ਗੱਲ ਕਰ ਰਹੇ ਹਾਂ, ਇੱਕ ਤਾਂ ਜਵਾਹਰ ਲਾਲ ਅਤੇ ਇੱਕ ਮੋਤੀ ਲਾਲ। ਇਹ ਦੋਨੋਂ ਮਿਲਣ ਆਏ ਸੀਗੇ ਬਾਬਾ ਖੜਕ ਸਿੰਘ, ਪਰ ਇਹ ਸੰਤੁਸ਼ਟ ਹੋ ਗਏ ਕਿਤੇ ਨਾ ਕਿਤੇ ਅਕਾਲੀ ਨੇਤਾ ਵੀ ਚਲੋ ਇਹਨਾਂ ਨੇ ਇੰਨਾ ਕੁ ਆਸ਼ਵਾਸਨ ਦਿੱਤਾ ਕਿ ਜਿਹੜਾ ਸੰਵਿਧਾਨ ਬਣੂਗਾ ਉਹਦੇ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੱਖਿਆ ਜਾਊਗਾ।
ਇਹੋ ਜਿਹਾ ਕੁਛ ਵੀ ਨਹੀਂ ਸੰਵਿਧਾਨ ਦੇ ਵਿੱਚ ਲਿਖਿਆ ਜਾਊਗਾ ਜਿਹੜਾ ਸਿੱਖ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੋ। ਫਿਰ ਹੁਣ ਆਪਾਂ ਦੇਖਦੇ ਹਾਂ ਲੰਡਨ ਦੇ ਵਿੱਚ 3 ਕਾਨਫਰੰਸਾਂ ਹੁੰਦੀਆਂ ਨੇ ਜਿਹਨੂੰ ਗੋਲਮੇਜ ਕਾਨਫਰੰਸ ਕਹਿੰਦੇ ਆ 1931 ਦੇ ਵਿੱਚ। ਇਹ ਕਿਉਂ ਹੋਈਆਂ ਸੀਗੀਆਂ? ਜਿਹੜਾ ਸਾਈਮਨ ਕਮਿਸ਼ਨ ਸੀਗਾ ਜਿਹੜੀ ਉਹਨੇ ਰਿਪੋਰਟ ਪੇਸ਼ ਕੀਤੀ ਸੀਗੀ, ਸਾਈਮਨ ਕਮਿਸ਼ਨ ਆਪਦੀ ਰਿਪੋਰਟ ਪੇਸ਼ ਕਰਦਾ ਹੈ ਲਗਭਗ 1930 ਦੇ ਆਸ-ਪਾਸ। ਤਾਂ ਉਸ ਰਿਪੋਰਟ ਦੇ ਆਧਾਰ 'ਤੇ ਇਹਨਾਂ ਨੇ ਬੁਲਾਇਆ ਕਿ ਤੁਸੀਂ ਆਓ ਕਿ ਆਪਦੀਆਂ ਜਿਹੜੀਆਂ ਗੱਲਾਂ ਨੇ ਦੱਸੋ ਸਾਨੂੰ। ਪਰ ਇੱਥੇ ਸਿੱਖ ਨੇਤਾ ਸੀਗੇ ਉੱਜਲ ਸਿੰਘ, ਪੰਜਾਬ ਦੇ ਉੱਘੇ ਨੇਤਾ ਸੀਗੇ ਜਿਹੜੇ ਪੰਜਾਬ ਦੀ ਪੁਨਰਗਠਨ ਦੀ ਉਹਨਾਂ ਨੇ ਉੱਜਲ ਸਿੰਘ ਨੇ। ਇੱਥੇ ਕਿਤੇ ਨਾ ਕਿਤੇ ਕੋਈ ਪਹਿਲਾ ਸਿੱਖ ਨੇਤਾ ਸੀਗਾ ਜਿਸ ਨੇ ਕਹਿਤਾ ਕਿ ਪੰਜਾਬ ਦਾ ਪੁਨਰਗਠਨ ਕੀਤਾ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਮੁਸਲਿਮ ਲੋਕ ਬਹੁਲ ਸੀਗੇ। ਉਹਨਾਂ ਨੇ ਕਿਹਾ ਕਿ ਇਹਨਾਂ ਦੀ ਜਿਹੜੀ ਗਿਣਤੀ ਆ ਬਰਾਬਰ ਕਰਕੇ ਕਿਤੇ ਨਾ ਕਿਤੇ ਇਹੋ ਜਿਹਾ ਸਿਸਟਮ ਬਣਾ ਦਿਓ ਕਿ ਕੋਈ ਵੀ ਸੰਪਰਦਾਇ ਇੱਕ ਦੂਜੇ ਸੰਪਰਦਾਇ 'ਤੇ ਹਾਵੀ ਨਾ ਰਹੇ ਅਤੇ ਕਿਤੇ ਨਾ ਕਿਤੇ ਇਹਨਾਂ ਦੀ ਬਰਾਬਰ ਭਾਗੀਦਾਰੀ ਹੈ ਉਹ ਸਰਕਾਰ ਦੇ ਵਿੱਚ ਰਹੇ। ਹੁਣ ਇਸ ਤੋਂ ਬਾਅਦ ਅਗਲਾ ਜਿਹੜਾ ਹੈ ਛੋਟਾ ਜਿਹਾ ਹਿੱਸਾ ਕਿਤੇ ਨਾ ਕਿਤੇ ਕਮਿਊਨਲ ਅਵਾਰਡ 1932, ਕਮਿਊਨਲ ਅਵਾਰਡ 1932 ਇਹਦਾ ਵੀ ਕਿਤੇ ਨਾ ਕਿਤੇ ਪ੍ਰਭਾਵ ਰਹਿੰਦਾ ਪੰਜਾਬ ਦੇ ਪੁਨਰਗਠਨ ਦੇ ਵਿੱਚ, ਕਿਉਂਕਿ ਇੱਥੇ ਗੱਲ ਕਹੀ ਗਈ ਸੀ ਕਿ ਮੈਕਡੋਨਾਲਡ ਨੇ ਜਿਹੜਾ ਉਸ ਟਾਈਮ ਇੰਗਲੈਂਡ ਦਾ ਪ੍ਰਧਾਨ ਮੰਤਰੀ ਸੀਗਾ, ਉਸਨੇ ਕੀ ਕਿਹਾ ਕਿ ਦਲਿਤ ਨੂੰ ਵੀ ਕਿਤੇ ਨਾ ਕਿਤੇ ਸੰਪਰਦਾਇਕ ਚੋਣ ਪ੍ਰਣਾਲੀ ਦੇ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਸੰਪਰਦਾਇਕ ਚੋਣ ਪ੍ਰਣਾਲੀ ਇੱਥੇ ਸਮਝਣ ਯੋਗ ਹੋ ਜਾਂਦੀ ਹੈ ਕਿ ਇਸ ਦਾ ਵਿਰੋਧ ਗਾਂਧੀ ਕਿਉਂ ਕਰ ਰਹੇ ਨੇਗੇ। ਗਾਂਧੀ ਨੇ ਜਦੋਂ ਵੀ ਦੇਖੋ, ਜਦੋਂ ਮੁਸਲਿਮ ਨੂੰ ਵੋਟ ਮਿਲਿਆ ਉਦੋਂ ਕਿਤੇ ਨਾ ਕਿਤੇ ਕੋਈ ਇਹੋ ਜਿਹੀ ਪ੍ਰਤੀਕਿਰਿਆ ਨਹੀਂ ਆਈ, ਸਿੱਖ ਈਸਾਈ ਨੂੰ ਮਿਲਿਆ ਉਦੋਂ ਗਾਂਧੀ ਦੀ ਕੋਈ ਇਹੋ ਜਿਹੀ ਪ੍ਰਤੀਕਿਰਿਆ ਨਹੀਂ ਆਈ। ਪਰ ਲੇਕਿਨ ਕਿਤੇ ਨਾ ਕਿਤੇ ਜਦੋਂ ਦਲਿਤ ਨੂੰ ਵੋਟ ਮਿਲਣ ਲੱਗਿਆ ਤਾਂ ਇਹਨਾਂ ਨੂੰ ਪਤਾ ਸੀਗਾ 70+ ਆਬਾਦੀ ਜਿਹੜੀ ਦਲਿਤ ਸੀਗੀ, ਜਿਹਨੂੰ ਨੌਨ ਹਿੰਦੂ ਕਿਤੇ ਨਾ ਕਿਤੇ ਬ੍ਰਿਟਿਸ਼ ਗੌਰਮੈਂਟ ਮੰਨਦੀ ਸੀਗੀ, ਉਹਨੂੰ ਵੋਟਿੰਗ ਰਾਈਟ ਮਿਲ ਰਿਹਾ ਸੀਗਾ। ਤਾਂ ਹੁਣ ਇਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਵੀ ਜੇ ਕਿਤੇ ਇਹਨਾਂ ਨੂੰ ਵੋਟਿੰਗ ਰਾਈਟ ਮਿਲ ਗਿਆ ਤਾਂ ਸਰਕਾਰ ਇਹਨਾਂ ਦੀ ਹੀ ਬਣੇਗੀ। ਤਾਂ ਗਾਂਧੀ ਵੀ ਕਿਤੇ ਨਾ ਕਿਤੇ, ਗਾਂਧੀ ਦੇ ਮਨ ਦੇ ਵਿੱਚ ਇਹ ਵੀ ਡਰ ਸੀਗਾ ਵੀ ਕਿਤੇ ਨਾ ਕਿਤੇ ਇਹਦੇ ਨਾਲ ਰਾਸ਼ਟਰਵਾਦੀ ਜਿਹੜੀ ਭਾਵਨਾ ਹੈ ਉਹ ਖਤਮ ਹੋ ਜਾਏਗੀ। ਤਾਂ ਹੁਣ ਜਦੋਂ ਇਸ ਕਮਿਊਨਲ ਅਵਾਰਡ ਬਾਰੇ ਗਾਂਧੀ ਨੂੰ ਪਤਾ ਲੱਗਿਆ ਤਾਂ ਉਹ ਯਰਵਦਾ ਜੇਲ੍ਹ ਵਿੱਚ ਸੀ ਉਸ ਟਾਈਮ, ਜਿਹੜੀ ਪੂਨਾ ਦੇ ਵਿੱਚ ਹੈ ਮਹਾਰਾਸ਼ਟਰ ਦੇ ਵਿੱਚ। ਤਾਂ ਉੱਥੇ ਉਹ ਅਨਸ਼ਨ 'ਤੇ ਬੈਠ ਗਏ ਅਤੇ ਫਿਰ ਮਜਬੂਰਨ ਬਹੁਤ ਸਾਰੀਆਂ ਰਾਜਨੇਤਾਵਾਂ ਦੀਆਂ ਗੱਲਾਂ ਮੰਨ ਕੇ ਡਾਕਟਰ ਭੀਮ ਰਾਓ ਅੰਬੇਡਕਰ, ਜਿਹੜਾ ਕਮਿਊਨਲ ਅਵਾਰਡ ਦਾ ਬਹੁਤ ਘੱਟੋ ਘੱਟ ਸਭ ਤੋਂ ਜ਼ਿਆਦਾ ਜੇਕਰ ਕਮਿਊਨਲ ਅਵਾਰਡ ਲਿਆਉਣ ਦੇ ਵਿੱਚ ਕਿਸੇ ਬੰਦੇ ਦਾ ਯੋਗਦਾਨ ਸੀਗਾ ਤਾਂ ਉਹ ਸੀਗਾ ਡਾਕਟਰ ਭੀਮ ਰਾਓ ਅੰਬੇਡਕਰ, ਕਿਉਂਕਿ ਉਹਨੇ 3 ਗੌਰਮੈਂਟ ਕਾਨਫਰੰਸਾਂ ਅਟੈਂਡ ਕੀਤੀਆਂ ਸੀਗੀਆਂ। ਤਾਂ ਹੁਣ ਅੰਬੇਡਕਰ ਅਤੇ ਗਾਂਧੀ ਦੇ ਵਿੱਚ ਇੱਕ ਸਮਝੌਤਾ ਹੁੰਦਾ ਜਿਹਨੂੰ ਪੂਨਾ ਸਮਝੌਤਾ ਕਿਹਾ ਜਾਂਦਾ ਹੈ। ਇਹ ਕਮਿਊਨਲ ਅਵਾਰਡ ਦੇ ਉੱਪਰ ਸੀਗਾ। ਹੁਣ ਇੱਥੇ ਕੀ ਕਿਹਾ ਗਿਆ ਵੀ ਚਲੋ ਦਲਿਤ ਨੂੰ ਵੋਟ ਰਾਈਟ ਮਿਲ ਜਾਂਦਾ ਹੈ, ਪਰ ਲੇਕਿਨ ਜਿਹੜਾ ਇੱਥੇ ਹੈ ਹੋਊਗੀ ਸੰਯੁਕਤ ਚੋਣ ਪ੍ਰਣਾਲੀ। ਇੰਨੀ ਕੁ ਡਿਮਾਂਡ 'ਤੇ ਇਹ ਗੱਲ ਅੱਗੇ ਚਲੀ ਗਈ। ਉਸ ਤੋਂ ਬਾਅਦ ਅਗਲਾ ਜਿਹੜਾ ਮੇਨ ਮੁੱਦਾ ਆਉਂਦਾ ਹੈ, ਲਾਹੌਰ ਦੇ ਵਿੱਚ ਇੱਕ ਪ੍ਰਸਤਾਵ ਪਾਸ ਹੁੰਦਾ ਲੀਗ ਦੇ ਦੁਆਰਾ। ਲਾਹੌਰ ਦਾ ਪ੍ਰਸਤਾਵ ਲੀਗ 1940 ਦੇ ਵਿੱਚ ਲਾਹੌਰ ਦਾ, ਮਾਰਚ 1940 ਦੇ ਵਿੱਚ ਲਾਹੌਰ ਦਾ ਪ੍ਰਸਤਾਵ ਪਾਸ ਕਰਦੀ ਹੈ। ਬੇਸਿਕ ਇੱਥੇ ਪਾਕਿਸਤਾਨ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ, ਪਾਕਿਸਤਾਨ ਸ਼ਬਦ ਹਾਲੇ ਇੱਥੇ ਨਹੀਂ ਆਇਆ ਸੀਗਾ, ਪਰ ਕਿਤੇ ਨਾ ਕਿਤੇ ਡਿਮਾਂਡ ਸ਼ੁਰੂ ਹੋ ਗਈ ਸੀਗੀ ਸਾਨੂੰ ਪਾਕਿਸਤਾਨ ਦਿੱਤਾ ਜਾਵੇ। ਤਾਂ ਇਹੀ ਗੱਲ ਸੁਣ ਕੇ ਕਿਤੇ ਨਾ ਕਿਤੇ ਇਹੀ ਗੱਲ ਸੁਣ ਕੇ ਲਾਹੌਰ ਦੇ ਇਸ ਪ੍ਰਸਤਾਵ ਤੋਂ ਕਿਤੇ ਨਾ ਕਿਤੇ ਸਿੱਖਿਆ ਲੈ ਕੇ ਅਕਾਲੀਆਂ ਨੇ ਅਟਾਰੀ ਦੇ ਵਿੱਚ ਇੱਕ ਕਾਨਫਰੰਸ ਬੁਲਾਈ ਜਿਸ ਨੂੰ ਆਲ ਇੰਡੀਆ ਅਕਾਲੀ ਕਾਨਫਰੰਸ ਕਿਹਾ ਜਾਂਦਾ ਹੈ। ਆਲ ਇੰਡੀਆ ਅਕਾਲੀ ਕਾਨਫਰੰਸ ਇਹ ਅਕਾਲੀਆਂ ਨੇ ਉੱਥੇ ਬੁਲਾਈ। ਇਹਦੇ ਵਿੱਚ ਲੀਗ ਦਾ ਜਿਹੜਾ ਪਾਕਿਸਤਾਨ ਉਹ ਲਾਹੌਰ ਪ੍ਰਸਤਾਵ ਦਾ ਪ੍ਰਤੱਖ ਵਿਰੋਧ ਕੀਤਾ ਗਿਆ, ਕਿਉਂਕਿ ਇੱਥੇ ਡਰ ਸੀਗਾ ਵੀ ਜੇ ਕਿਤੇ ਪਾਕਿਸਤਾਨ ਬਣਦਾ ਹੈ ਤਾਂ ਜਿਹੜੇ ਸਾਡੇ ਗੁਰਦੁਆਰੇ ਨੇਗੇ ਉਹ ਪਾਕਿਸਤਾਨ ਦੇ ਵਿੱਚ ਜ਼ਿਆਦਾ ਸੀਗੇ ਤਾਂ ਅਸੀਂ ਸਾਡੇ ਗੁਰੂ ਘਰਾਂ ਤੋਂ ਵਾਂਝੇ ਹੋ ਜਾਵਾਂਗੇ, ਦੂਰ ਹੋ ਜਾਵਾਂਗੇ। ਇਸ ਕਰਕੇ ਇਹਦਾ ਵਿਰੋਧ ਕੀਤਾ ਗਿਆ। ਪਰ ਇਹ ਕਿੱਥੇ ਹਟਿਆ, ਕਿਤੇ ਨਾ ਕਿਤੇ ਇਹ ਚੀਜ਼ ਸਾਡੇ ਜ਼ਿਹਨ ਦੇ ਵਿੱਚ ਉਤਰ ਗਈ ਅਤੇ ਸਾਡਾ ਕੀ ਹੈ ਇੱਥੇ ਨੁਕਸਾਨ ਹੋਇਆ। ਤਾਂ ਹੁਣ
1943 ਦੇ ਵਿੱਚ। ਤੋਂ 1943 ਤੋਂ ਤੇ ਜਾਣ ਤੋਂ ਪਹਿਲਾਂ ਆਪਾਂ ਇੱਕ ਹੋਰ ਚੀਜ਼ ਦੇਖਦੇ ਹਾਂ। 1942 ਦੇ ਵਿੱਚ ਮਹੱਤਵਪੂਰਨ ਘਟਨਾ ਹੁੰਦੀ ਹੈ ਕ੍ਰਿਪਸ ਤੇ ਭਾਰਤ ਛੱਡੋ ਅੰਦੋਲਨ। ਭਾਰਤ ਛੱਡੋ ਅੰਦੋਲਨ, ਇਹ ਦੋ ਘਟਨਾਵਾਂ 1942 ਦੇ ਵਿੱਚ ਹੁੰਦੀਆਂ ਨੇ। 1942 ਦੇ ਵਿੱਚ ਕ੍ਰਿਪਸ ਆਉਂਦਾ ਹੈ, ਕ੍ਰਿਪਸ ਮਿਸ਼ਨ, ਜਿਹਦਾ ਪ੍ਰਧਾਨ ਸਟੈਫੋਰਡ ਕ੍ਰਿਪਸ ਸੀਗਾ। ਇਹਨੇ ਵੀ ਕੀ ਕੀਤਾ, ਸੰਵਿਧਾਨਕ ਨਿਰਮਾਣ ਦੀ ਗੱਲ ਕੀਤੀ ਸੀਗੀ, ਸੰਵਿਧਾਨ ਸਭਾ ਦੇ ਨਿਰਮਾਣ ਦੀ ਗੱਲ ਕੀਤੀ ਸੀਗੀ। ਪਰ ਇਹਨੇ ਇੱਥੇ ਗੱਲ ਕੀ ਕਹਿਤੀ ਵੀ ਜੇ ਕੋਈ ਮੰਨਣਾ ਚਾਹੁੰਦਾ ਤਾਂ ਮੰਨ ਲਿਓ, ਨਹੀਂ ਮੰਨਣਾ ਚਾਹੁੰਦਾ ਤਾਂ ਨਾ ਮੰਨਿਓ, ਆਜ਼ਾਦ ਰਹਿ ਸਕਦੇ ਹੋ। ਤੇ ਫਿਰ ਇਸ ਦਾ ਵਿਰੋਧ ਹੋਇਆ, ਇਸ ਨੂੰ ਨਾ ਮੰਨਿਆ ਗਿਆ। ਫਿਰ ਇਸ ਦੇ ਆਧਾਰ ਤੇ ਹੀ 8 ਅਗਸਤ 1942 ਨੂੰ ਭਾਰਤ ਛੱਡੋ ਅੰਦੋਲਨ ਸ਼ੁਰੂ ਹੋ ਜਾਂਦਾ ਹੈ। ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ 5 ਜੂਨ 1943 ਨੂੰ। ਹੁਣ ਆਉਂਦੇ ਆਪਾਂ ਆਜ਼ਾਦ ਪੰਜਾਬ ਸਕੀਮ ਤੇ। 5 ਜੂਨ 1943 ਨੂੰ ਅਕਾਲੀ ਦਲ ਦੁਆਰਾ ਆਜ਼ਾਦ ਪੰਜਾਬ ਦੀ ਘੋਸ਼ਣਾ ਕੀਤੀ ਜਾਂਦੀ ਹੈ। ਆਜ਼ਾਦ ਪੰਜਾਬ ਸਕੀਮ ਅਕਾਲੀਆਂ ਨੇ ਕੀਤੀ, ਪਰ ਇੱਥੇ ਇੱਕ ਮਹੱਤਵਪੂਰਨ ਨਾਮ ਫਿਰ ਸਾਹਮਣੇ ਆ ਜਾਂਦਾ ਹੈ, ਮਾਸਟਰ ਤਾਰਾ ਸਿੰਘ ਦਾ। ਮਾਸਟਰ ਤਾਰਾ ਸਿੰਘ ਦਾ ਨਾਮ ਆਉਂਦਾ ਹੈ। ਇਹਨਾਂ ਨੇ ਵੀ ਆਪਦੇ ਲੇਖ ਦੇ ਵਿੱਚ ਆਜ਼ਾਦ ਪੰਜਾਬ ਸਕੀਮ ਦਾ ਜ਼ਿਕਰ ਕੀਤਾ। ਇੱਥੇ ਇਹ ਜ਼ਿਕਰ ਹੋਣ ਤੋਂ ਬਾਅਦ ਹੁਣ ਸਾਡੇ ਕੋਲੇ ਅਗਲੀ ਜਿਹੜੀ ਘਟਨਾ ਹੈ, ਜਿਹੜੇ ਪੰਜਾਬ ਦੇ ਇਤਿਹਾਸਿਕ ਕਾਰਨ ਸੀਗੇ ਜਿਹੜੇ ਪੰਜਾਬ ਦੇ ਪੁਨਰਗਠਨ ਦੇ, ਉਹਦੇ ਵਿੱਚ ਹੈ ਕੈਬਨਿਟ ਮਿਸ਼ਨ ਯੋਜਨਾ। ਇਹ ਯੋਜਨਾ ਕਿਵੇਂ ਸਾਡੇ ਪੰਜਾਬ ਦੇ ਪੁਨਰਗਠਨ ਨੂੰ ਦਿਖਾ ਰਹੀ ਹੈ। ਕੀ ਹੋਇਆ ਜਦੋਂ ਕੈਬਨਿਟ ਮਿਸ਼ਨ ਆਇਆ ਤਾਂ ਇਹਨਾਂ ਨੇ 1946 ਦੇ ਵਿੱਚ ਲਗਭਗ ਕਹਿਤਾ ਕਿ ਸੰਵਿਧਾਨਕ ਸਭਾ ਬਣੇਗੀ, ਪਰ ਲੇਕਿਨ ਮੁਸਲਿਮ ਲੀਗ ਨੇ ਇਸ ਦਾ ਵਿਰੋਧ ਕੀਤਾ। ਮੁਸਲਿਮ ਲੀਗ ਨੇ ਕੋਈ ਵੀ ਇੱਥੇ ਇੰਨੀ ਆਪ ਦੀ ਦਿਲਚਸਪੀ ਨਾ ਦਿਖਾਈ। ਤੇ ਕੈਬਨਿਟ ਆਇਆ ਕਦੋਂ ਸੀਗਾ? 23 ਮਾਰਚ 1946 ਨੂੰ। 23 ਮਾਰਚ 1946 ਨੂੰ ਇਹ ਕੈਬਨਿਟ ਮਿਸ਼ਨ ਆਇਆ ਸੀਗਾ। ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਹੈ, ਸੰਵਿਧਾਨ ਸਭਾ ਦੇ ਜਿਹੜੀਆਂ ਚੋਣਾਂ ਵੀ ਇਸੇ ਸਮੇਂ ਹੋਈਆਂ ਸੀਗੀਆਂ। ਲਗਭਗ ਇਸ ਦੇ ਆਧਾਰ ਤੇ ਹੀ ਅੰਤਰਿਮ ਸਰਕਾਰ ਦਾ ਨਿਰਮਾਣ ਇੱਥੇ ਕੀਤਾ ਗਿਆ। ਹੁਣ ਕੈਬਨਿਟ ਮਿਸ਼ਨ ਦੇ ਵਿੱਚ ਸਿੱਖਾਂ ਦੇ ਸਿੱਖੀਸਤਾਨ ਜਾਂ ਆਜ਼ਾਦ ਪੰਜਾਬ ਦੇ ਵੱਲ ਕੋਈ ਵੀ ਧਿਆਨ ਨਹੀਂ ਸੀਗਾ। ਇਸ ਕਰਕੇ ਅਕਾਲੀਆਂ ਨੇ ਵੀ ਇਹ ਚੋਣਾਂ ਦਾ ਬਾਈਕਾਟ ਕਰਤਾ। ਬਾਈਕਾਟ ਕੀਤਾ ਤਾਂ ਕਿਤੇ ਨਾ ਕਿਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਪੰਜਾਬ ਦੇ ਬਹਾਦਰ ਸਿੱਖਾਂ ਦੇ ਹਿੱਤ ਦੇ ਵੱਲ ਅਸੀਂ ਮਹੱਤਵਪੂਰਨ ਧਿਆਨ ਦੇਵਾਂਗੇ ਕਿ ਸੰਵਿਧਾਨ ਇਹੋ ਜਿਹਾ ਬਣਾਇਆ ਜਾਊਗਾ ਜਿਹਦੇ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਊਗਾ। 29 ਜੁਲਾਈ ਨੂੰ ਕੀ ਕੀਤਾ ਇਹਨਾਂ ਨੇ? 29 ਜੁਲਾਈ ਦੀ ਡੇਟ ਆਪਾਂ ਨੇ ਯਾਦ ਰੱਖਣੀ ਹੈ ਜ਼ਰੂਰ, ਕਿ ਇੱਥੇ ਇਹ ਮਹੱਤਵਪੂਰਨ ਡੇਟ ਆ ਜਾਂਦੀ ਹੈ ਕਿਉਂਕਿ ਕਈ ਵਾਰ ਪੁੱਛ ਲੈਂਦਾ ਸਿੱਧਾ 29 ਜੁਲਾਈ 1946। 29 ਜੁਲਾਈ 1946 ਨੂੰ ਮਹੱਤਵਪੂਰਨ ਡੇਟ ਹੈ। ਇਹ ਸਿੱਖ ਨੇ, ਜਿਹੜੀ ਮੁਸਲਿਮ ਲੀਗ ਸੀਗੀ, ਉਹਨਾਂ ਨੇ ਵਿਰੋਧ ਕਰਤਾ ਕੈਬਨਿਟ ਮਿਸ਼ਨ ਦਾ। ਫਿਰ ਸਿੱਧੀ ਕਾਰਵਾਈ ਕਰਤੀ ਕਿ ਅਸੀਂ ਤਾਂ ਪਾਕਿਸਤਾਨ ਦੀ ਡਿਮਾਂਡ ਇੱਥੇ ਕਰਤੀ। ਅਤੇ ਇੱਥੇ ਕੀ ਹੋਇਆ, ਭਾਰਤ ਦੇ ਵਿੱਚ ਦੰਗੇ ਫਸਾਦ ਸ਼ੁਰੂ ਹੋ ਗਏ। ਜਿਹੜੇ ਉਸ ਟਾਈਮ ਦੇ ਬੁੱਧੀਜੀਵੀ ਨੇਤਾ ਸੀਗੇ, ਚਾਹੇ ਉਹ ਅਕਾਲੀ ਦਲ ਦੇ ਸੀਗੇ, ਚਾਹੇ ਕਾਂਗਰਸ ਦੇ ਸੀਗੇ, ਜਾਂ ਕੁਛ ਲੀਗ ਦੇ ਵੀ ਕੁਛ ਨੇਤਾ ਸੀਗੇ, ਉਹਨਾਂ ਨੇ ਕਹਿਤਾ ਵੀ ਇਹ ਵੰਡ ਹੁਣ ਜ਼ਰੂਰੀ ਹੈ। ਤਾਂ ਕਿਤੇ ਨਾ ਕਿਤੇ ਪੰਜਾਬ ਦੀ ਵੀ ਭਾਰਤ ਦੀ ਵੰਡ ਉਸ ਟਾਈਮ ਤੈਅ ਹੋ ਗਈ। ਭਾਰਤ ਦਾ ਬਟਵਾਰਾ ਹੋ ਗਿਆ। 20 ਫਰਵਰੀ 1947 ਨੂੰ ਇੰਗਲੈਂਡ ਤੋਂ ਫਰਮਾਨ ਆਉਂਦਾ ਹੈ ਕਲੀਮਟ ਐਟਲੀ ਦਾ ਕਿ ਡਿਵਾਈਡ ਕਰ ਦਿਓ। ਅਤੇ 1948 ਤੱਕ ਕੀ ਹੈ, ਸੱਤਾ ਜ਼ਿੰਮੇਵਾਰ ਹੱਥਾਂ ਦੇ ਵਿੱਚ ਦੇ ਦਿਓ। 1948 ਈਸਵੀ ਤੱਕ ਉਹਨਾਂ ਨੇ ਗੱਲ ਕੀਤੀ ਸੀਗੀ। ਪਰ ਲੇਕਿਨ ਉਸ ਟਾਈਮ ਲਾਰਡ ਵੇਵਲ ਪੰਜਾਬ ਭਾਰਤ ਦੇ ਕੀ ਸੀਗਾ, ਵਾਇਸਰਾਏ ਸੀਗੇ, ਉਹਨਾਂ ਨੂੰ ਹਟਾ ਦਿੱਤਾ ਗਿਆ ਅਤੇ ਮਾਊਂਟ ਬੇਟਨ ਨੂੰ ਭਾਰਤ ਦਾ ਕੀ ਸੀਗਾ, ਵਾਇਸਰਾਏ ਨਿਯੁਕਤ ਕਰਤਾ। ਹੁਣ ਇੱਥੇ ਇੱਕ ਹੋਰ ਮਹੱਤਵਪੂਰਨ ਆਪਣਾ ਨਾਮ ਇੱਥੇ ਆ ਜਾਂਦਾ ਹੈ। ਜਿਹੜਾ ਮੁਸਲਿਮ ਲੀਗ ਸੀਗੀ, ਜਿਨ੍ਹਾਂ ਨੇ ਸਿੱਧੀ ਕਾਰਵਾਈ ਕੀਤੀ ਸੀਗੀ, ਉਸ ਟਾਈਮ ਪੰਜਾਬ ਦਾ ਪ੍ਰਧਾਨ ਮਮਦੋਤ ਖਾਨ ਸੀਗਾ। ਪੰਜਾਬ ਦੀ ਜਿਹੜੀ ਮੁਸਲਿਮ ਲੀਗ ਸੀਗੀ ਉਹਦਾ ਪ੍ਰਧਾਨ ਮਮਦੋਤ ਖਾਨ ਸੀਗਾ। ਇਹ ਜ਼ਰੂਰ ਆਪਾਂ ਨੇ ਯਾਦ ਰੱਖਣਾ। ਉਸ ਤੋਂ ਬਾਅਦ 47 ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਪੰਜਾਬ ਦੀ ਜਿਹੜੀ ਕੈਬਨਿਟ ਚੱਲ ਰਹੀ ਸੀਗੀ, ਉਹਦਾ ਮੁੱਖ ਮੰਤਰੀ ਕੀ ਸੀਗਾ? ਖਿਜ਼ਰ ਹਯਾਤ ਖਾਨ ਸੀਗਾ, ਜਿਹੜਾ ਕਾਂਗਰਸ ਅਤੇ ਯੂਨਿਸਟ ਪਾਰਟੀ ਦਾ ਕੋਲੀਸ਼ਨ ਜੋ ਗਠਜੋੜ ਦਾ ਜਿਹੜਾ ਸੀਗਾ ਉਹ ਮੁੱਖ ਮੰਤਰੀ ਸੀਗਾ। ਇਹਨਾਂ ਨੇ ਵੀ ਅਸਤੀਫਾ ਦਿੱਤਾ, ਚਲੇ ਗਏ। ਹੁਣ ਅਗਲੀ ਜਿਹੜੀ ਗੱਲ ਸੀਗੀ, ਜਦੋਂ ਇਹਨਾਂ ਨੇ ਅਸਤੀਫਾ ਦਿੱਤਾ ਤਾਂ ਮਾਸਟਰ ਤਾਰਾ ਸਿੰਘ ਨੂੰ ਐਂ ਹੋ ਗਿਆ ਵੀ ਹੁਣ ਤਾਂ ਡਿਵਾਈਡੇਸ਼ਨ ਹੋਊਗੀ। ਮਾਸਟਰ ਤਾਰਾ ਸਿੰਘ ਨੇ
ਆਪਣੇ ਮਿਆਨ ਦੇ ਵਿੱਚੋਂ ਤਲਵਾਰ ਕੱਢੀ ਤੇ ਨਾਰਾ ਲਗਾਇਆ ਪਾਕਿਸਤਾਨ ਮੁਰਦਾਬਾਦ। ਹੁਣ ਇਹ ਸ਼ਬਦ ਵੀ ਆ ਸਕਦਾ, ਸਭ ਤੋਂ ਪਹਿਲਾਂ ਪਾਕਿਸਤਾਨ ਮੁਰਦਾਬਾਦ ਦਾ ਨਾਰਾ ਕਿਸੇ ਨੇ ਲਗਾਇਆ ਸੀਗਾ ਤਾਂ ਉਹ ਸੀਗਾ ਆਪਣਾ ਮਾਸਟਰ ਤਾਰਾ ਸਿੰਘ। ਹੁਣ ਇੱਥੇ ਮਾਊਂਟਬੇਟਨ ਨੇ ਫਿਰ ਕੀ ਕੀਤਾ, ਮਾਊਂਟਬੇਟਨ ਬਹੁਤ ਸੂਝਵਾਨ ਵਿਅਕਤੀ ਸੀਗਾ। ਬੇਸ਼ੱਕ ਆਪਾਂ ਗੱਲ ਕਰ ਲਈਏ, ਚਾਹੇ ਉਹ ਕਸ਼ਮੀਰ ਦਾ ਮੁੱਦਾ ਹੋਵੇ, ਚਾਹੇ ਉਹ ਜੂਨਾਗੜ੍ਹ ਦਾ ਮੁੱਦਾ ਹੋਵੇ, ਚਾਹੇ ਮੁੱਦਾ ਹੋਵੇ ਆਪਣਾ ਹੈਦਰਾਬਾਦ ਦਾ, ਕਿਤੇ ਨਾ ਕਿਤੇ ਮਾਊਂਟਬੇਟਨ ਨੇ ਉਹਨਾਂ ਨੂੰ ਸੁਲਝਾਉਣ ਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਹੁਣ ਮਾਊਂਟਬੇਟਨ ਨੇ ਇੱਥੇ ਸਿੱਖ ਆਗੂਆਂ ਦੇ ਨਾਲ ਗੱਲਬਾਤ ਕਰਕੇ 1947 ਦੇ ਵਿੱਚ ਵੱਖ-ਵੱਖ ਦਲਾਂ ਦੀਆਂ ਜਿਹੜੀਆਂ ਬੈਠਕਾਂ ਦੇ ਵਿੱਚ ਆ ਕੇ 3 ਜੂਨ 1947 ਨੂੰ ਕੀ ਹੈ ਜਿਹੜੀ ਵੰਡ ਦਾ ਐਲਾਨ ਕਰਤਾ ਤੇ 2 ਹਿੱਸਿਆਂ ਦੇ ਵਿੱਚ ਬਟਵਾਰਾ ਹੋਇਆ ਤੇ ਦੋ ਡੋਮੀਨੀਅਨ ਸਟੇਟ ਬਣਾ ਕੇ ਆਜ਼ਾਦ ਕਰ ਦਿੱਤਾ। ਇਹ ਤਾਂ ਸੀਗੀਆਂ 1947 ਤੋਂ ਪਹਿਲਾਂ ਦੀਆਂ ਜਿਹੜੀਆਂ ਸੀਗੀਆਂ ਘਟਨਾਵਾਂ ਜਾਂ ਪਰਿਸਥਿਤੀਆਂ। ਹੁਣ ਦੇਖਦੇ ਹਾਂ ਆਪਾਂ 1947 ਤੋਂ ਬਾਅਦ ਦੇ ਜਿਹੜੇ ਕਾਰਨ ਕਿਹੜੇ ਹੋਏ ਸੀਗੇ। ਹੁਣ ਸਭ ਤੋਂ ਪਹਿਲਾਂ ਜਨਸੰਖਿਆ ਦਾ ਪ੍ਰਭਾਵ ਸੀਗਾ ਬਟਵਾਰੇ ਦੇ ਉੱਪਰ 1947 ਦੇ ਵਿੱਚ। ਕਿਉਂਕਿ ਕੀ ਹੋਇਆ, ਲੱਖਾਂ ਦੀ ਗਿਣਤੀ ਦੇ ਵਿੱਚ ਕੀ ਸੀਗੇ ਸਿੱਖ ਪਾਕਿਸਤਾਨ ਦੇ ਵਿੱਚ ਵੀ ਸੀਗੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਮੁਸਲਮਾਨ ਪੰਜਾਬ ਦੇ ਵਿੱਚ ਸੀਗੇ। ਹੁਣ ਉਸ ਟਾਈਮ ਦੇ ਜਿਹੜੀ 1941 ਦੀ ਜਿਹੜੀ ਜਨਗਣਨਾ ਹੈ, 1941 ਦੀ ਜਿਹੜੀ ਜਨਗਣਨਾ ਹੈ ਉਹਦੇ ਵਿੱਚ 57% ਮੁਸਲਮਾਨ ਦੱਸੇ ਗਏ ਸੀਗੇ, 30% ਹਿੰਦੂ ਦੱਸੇ ਗਏ ਸੀਗੇ ਤੇ 13% ਸਿੱਖ ਇੱਥੇ ਦੱਸੇ ਗਏ ਸੀਗੇ। ਤੇ ਬਟਵਾਰਾ ਹੋਣ ਦੇ ਨਾਲ ਕੀ ਹੋਇਆ, ਹਿੰਦੂਆਂ ਦੀ ਸੰਖਿਆ ਦੇ ਵਿੱਚ ਵਾਧਾ ਹੋ ਗਿਆ, ਸਿੱਖ ਫਿਰ ਇੱਥੇ 30% ਰਹਿ ਗਏ, ਸਿੱਖ ਫਿਰ ਇੱਥੇ 30% ਰਹਿ ਗਏ। ਹੁਣ ਇੱਥੇ ਫਿਰ ਉਹੀ ਡਿਮਾਂਡਾਂ ਚੱਲੀਆਂ। ਫਿਰ ਕੀ ਕੀਤਾ ਗਿਆ, 15 ਜੁਲਾਈ 1948 ਦੀ ਜਦੋਂ ਗੱਲ ਕਰਦੇ ਹਾਂ ਤਾਂ ਪੈਪਸੂ ਰਾਜ ਦੀ ਸਥਾਪਨਾ ਕੀਤੀ ਗਈ ਤੇ ਯਾਦਵਿੰਦਰ ਸਿੰਘ ਜਿਹੜੇ ਰਾਜਾ ਸੀਗੇ ਉਹਨਾਂ ਨੂੰ ਇਸ ਦਾ ਪ੍ਰਮੁੱਖ ਬਣਾ ਦਿੱਤਾ ਗਿਆ। ਤੇ ਹੁਣ ਇਸ ਹਿੱਸੇ ਦੇ ਵਿੱਚ ਹਿੰਦੀ ਭਾਸ਼ਾ ਦੇ ਲੋਕ ਜ਼ਿਆਦਾ ਸੀਗੇ। ਹਿੰਦੀ ਭਾਸ਼ਾ ਦੇ ਲੋਕ ਜੇਕਰ ਜ਼ਿਆਦਾ ਸੀਗੇ ਤਾਂ ਮਾਸਟਰ ਤਾਰਾ ਸਿੰਘ ਨੇ ਇਹਦਾ ਵਿਰੋਧ ਕੀਤਾ ਕਿ ਪੈਪਸੂ ਪੰਜਾਬ ਦੇ ਵਿੱਚ ਸ਼ਾਮਿਲ ਨਹੀਂ ਹੋਵੇਗਾ। ਪਰ ਉਹਨਾਂ ਦੀਆਂ ਗੱਲਾਂ ਕਿੱਥੇ ਮੰਨੀਆਂ ਗਈਆਂ, 1956 ਦੇ ਵਿੱਚ ਪੰਜਾਬ ਦੇ ਵਿੱਚ ਪੈਪਸੂ ਨੂੰ ਸ਼ਾਮਿਲ ਕਰ ਦਿੱਤਾ ਗਿਆ। ਹੁਣ ਪੈਪਸੂ ਦੀਆਂ ਜਿਹੜੀਆਂ ਰਿਆਸਤਾਂ ਸੀਗੀਆਂ ਉਹ ਵੀ ਆਪਾਂ ਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ। ਪਟਿਆਲਾ, ਨਾਭਾ, ਨਾਲਾਗੜ੍ਹ, ਕਲਸੀਆਂ, ਮਲੇਰਕੋਟਲਾ, ਫਰੀਦਕੋਟ ਤੇ ਜੀਂਦ, ਇਹ ਸਾਰੀਆਂ ਰਿਆਸਤਾਂ ਕੀ ਸੀਗੀਆਂ, ਪੈਪਸੂ ਦੀਆਂ ਸੀਗੀਆਂ। ਤੇ ਸਿੱਧਾ ਕੁਐਸਚਨ ਪੁੱਛ ਲਿਆ ਜਾਂਦਾ ਕਈ ਵਾਰ ਕਿ ਕਿਹੜੀ ਰਿਆਸਤ ਸੀਗੀ, ਜਾਂ ਤਾਂ ਪੰਜਾਬ ਦਾ ਹਿੱਸਾ ਨਹੀਂ ਸੀਗੀ ਜਾਂ ਪੈਪਸੂ ਦਾ ਹਿੱਸਾ ਨਹੀਂ। ਹੁਣ ਇੱਥੇ ਫਿਰ ਮਾਸਟਰ ਤਾਰਾ ਸਿੰਘ ਹੋਰਾਂ ਨੇ ਤਾਂ ਵਿਰੋਧ ਕਰਤਾ ਸੀਗਾ। ਆਰਿਆ ਸਮਾਜੀਆਂ ਨੇ ਸਿੱਖ ਰਾਜ ਦਾ ਪ੍ਰਚਾਰ ਕਰਨ ਵਾਲੇ ਸਿੱਖ ਆਗੂਆਂ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ। ਪੂਰਨ ਰੂਪ ਦੇ ਵਿੱਚ ਸੰਪਰਦਾਇਕ ਤੌਰ 'ਤੇ ਕੀ ਸੀਗਾ, ਪੰਜਾਬ ਦੇ ਵਿੱਚ ਮਹੱਤਵਪੂਰਨ ਘਟਨਾਵਾਂ ਹੁਣ ਇੱਥੇ ਸੰਪਰਦਾਇ ਦੇ ਆਧਾਰ 'ਤੇ ਹੋਣ ਲੱਗੀਆਂ। ਹੁਣ ਸਿੱਖਾਂ ਦੀ ਸੰਵਿਧਾਨਿਕ ਸੁਰੱਖਿਆ ਦੀ ਰਿਆਇਤਾਂ ਦੀ ਹੁਣ ਇੱਥੇ ਮੰਗ ਹੋਣ ਲੱਗ ਗਈ ਸੀਗੀ, ਕਿਉਂਕਿ ਹੁਣ ਸਿੱਖਾਂ ਨੂੰ ਕਲੀਅਰ ਹੋ ਗਿਆ ਸੀਗਾ ਸਾਨੂੰ ਰਾਜ ਤਾਂ ਹੁਣ ਮਿਲਣਾ ਨਹੀਂ ਹੈਗਾ, ਦੇਸ਼ ਤਾਂ ਹੁਣ ਸਾਨੂੰ ਮਿਲਣਾ ਨਹੀਂ ਹੈਗਾ। ਉਹਨਾਂ ਨੇ ਕੀ ਕੀਤਾ, ਸੰਵਿਧਾਨਿਕ ਰਿਆਇਤਾਂ ਦੀ ਇੱਥੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਜਿਹੜੇ ਸਿੱਖ ਆਗੂ ਸੀਗੇ। ਹੁਣ ਇਹਦੇ ਵਿੱਚ ਕੀ ਆ, ਵੱਖਰੇ ਚੋਣ ਖੇਤਰਾਂ ਦੀ ਮੰਗ ਕਰਨੀ ਇੱਥੇ ਸ਼ੁਰੂ ਕਰ ਦਿੱਤੀ ਗਈ। ਵਿਧਾਨ ਪਾਲਿਕਾਵਾਂ ਦੇ ਵਿੱਚ ਚੋਣ ਖੇਤਰਾਂ ਦੀ ਮੰਗ ਸ਼ੁਰੂ ਕੀਤੀ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ 50% ਸੀਟਾਂ ਦੀ, ਕੇਂਦਰੀ ਵਿਧਾਨ ਪਾਲਿਕਾ ਦੇ ਵਿੱਚ 5% ਸੀਟਾਂ ਦੀ ਕਿਤੇ ਨਾ ਕਿਤੇ ਇੱਥੇ ਡਿਮਾਂਡ ਕੀਤੀ ਗਈ। ਹੁਣ ਇੱਕ ਹੋਰ ਗੱਲ ਸੀਗੀ, ਹੁਣ ਇੱਥੇ ਇੱਕ ਹੋਰ ਮਹੱਤਵਪੂਰਨ ਗੱਲ ਆ ਜਾਂਦੀ ਹੈ। ਜਦੋਂ ਇਹ ਸੰਵਿਧਾਨਿਕ ਮੰਗਾਂ ਕੀਤੀਆਂ ਗਈਆਂ ਤਾਂ ਪ੍ਰਤਾਪ ਸਿੰਘ ਕੈਰੋਂ ਸੀਗੇ, ਉਹ ਇਹਨਾਂ ਮੰਗਾਂ ਤੋਂ ਓਹਲੇ ਹੋ ਗਏ ਤੇ ਆਪਣੇ ਆਪ ਨੂੰ ਇਹਨਾਂ ਤੋਂ ਦੂਰ ਰੱਖਿਆ। ਤੇ ਉਸ ਤੋਂ ਬਾਅਦ ਅਨੁਸੂਚਿਤ ਜਨਜਾਤੀਆਂ ਸਿੱਖਾਂ ਦੀਆਂ, ਠੀਕ ਹੈ, ਤੇ ਦੂਜੀਆਂ ਜਾਤੀਆਂ ਦੇ ਸਮਾਨ ਅਧਿਕਾਰ ਦੀ ਇੱਥੇ ਗੱਲ ਕੀਤੀ ਗਈ। ਇਹਨਾਂ ਮੰਗਾਂ ਨੂੰ ਕਿਤੇ ਨਾ ਕਿਤੇ ਪ੍ਰਵਾਨ ਵੀ ਕੀਤਾ ਗਿਆ। ਹੁਣ ਅਗਲਾ ਜਿਹੜਾ ਆਉਂਦਾ ਹੈ ਅਕਾਲੀਆਂ ਦੁਆਰਾ, ਹੁਣ ਗੱਲ ਕੀਤੀ ਗਈ ਪੰਜਾਬ ਸੂਬੇ ਦੀ, ਪੰਜਾਬੀ ਸੂਬੇ ਦੀ ਗੱਲ ਹੁਣ ਡਿਮਾਂਡ ਸੀਗੀ ਅਕਾਲੀਆਂ ਦੁਆਰਾ ਸ਼ੁਰੂ ਕਰ ਦਿੱਤੀ ਗਈ। ਅਕਾਲੀ ਹੁਣ ਕਹਿੰਦੇ ਸਾਨੂੰ ਪੰਜਾਬੀ ਸੂਬਾ ਚਾਹੀਦਾ। ਮਾਸਟਰ ਤਾਰਾ ਸਿੰਘ ਉਸ ਟਾਈਮ ਪੰਜਾਬੀ ਭਾਸ਼ਾ ਦੇ ਆਧਾਰ 'ਤੇ ਨਵੇਂ ਪ੍ਰਾਂਤ ਦੀ ਮੰਗ ਕਰ ਰਹੇ ਸੀਗੇ ਜਿਸ ਨੂੰ ਪੰਜਾਬੀ ਸੂਬਾ ਕਿਹਾ ਗਿਆ। ਪਰ ਲੇਕਿਨ ਉਸ ਟਾਈਮ ਉਹ 1949 ਦੇ ਵਿੱਚ ਕੀ ਸੀਗੇ, ਜੇਲ੍ਹ ਦੇ ਵਿੱਚ ਸੀਗੇ। ਤੇ ਹੁਣ ਇੱਥੇ ਇੱਕ ਮਹੱਤਵਪੂਰਨ ਨਾਮ ਆ ਜਾਂਦਾ ਹੁਕਮ ਸਿੰਘ ਦਾ। ਹੁਕਮ ਸਿੰਘ ਉਸ ਟਾਈਮ ਕੀ ਸੀਗੇ,
ਸੰਵਿਧਾਨ ਸਭਾ ਦੇ ਵਿੱਚ ਅਕਾਲੀ ਪ੍ਰਤੀਨਿਧਤਵ ਸੀਗੇ। ਹੁਣ ਅਕਾਲੀ ਪ੍ਰਤੀਨਿਧੀ ਹੋਣ ਦੇ ਆਧਾਰ 'ਤੇ ਉਹਨਾਂ ਨੇ ਕਹਿਤਾ ਭਾਸ਼ਾਈ ਆਧਾਰ 'ਤੇ ਰਾਜਦਾ ਨਿਰਧਾਰਿਤ ਕਰਨ ਲਈ ਉਹਨਾਂ ਨੇ ਕਮਿਸ਼ਨ ਨਿਯੁਕਤ ਕਰਨ ਦੀ ਨਿਯੁਕਤੀ ਕੀਤੀ ਭਾਸ਼ਾ ਦੇ ਆਧਾਰ 'ਤੇ। ਹੁਣ ਭਾਸ਼ਾ ਦੇ ਆਧਾਰ 'ਤੇ ਤਾਂ ਉਹਨਾਂ ਨੇ ਕਮਿਸ਼ਨ ਨਿਯੁਕਤ ਨਹੀਂ ਕੀਤਾ, ਕਿਤੇ ਨਾ ਕਿਤੇ ਇੱਕ ਸੱਚਰ ਉਸ ਟਾਈਮ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਰਹੇ ਸੀਗੇ 1948 ਦੇ ਵਿੱਚ, ਉਹਨਾਂ ਨੇ ਕਿਤੇ ਨਾ ਕਿਤੇ ਇੱਕ ਫਾਰਮੂਲਾ ਦੱਸਿਆ ਕਿ ਹਿੰਦੀ ਭਾਸ਼ਾ ਦੇ ਲਈ ਹਿੰਦੀ ਅਤੇ ਪੰਜਾਬੀ ਭਾਸ਼ਾਈ ਖੇਤਰਾਂ ਦੇ ਲਈ ਪੰਜਾਬੀ। ਹੁਣ ਮੀਟਿੰਗ ਦੇ ਵਿੱਚ ਪੰਜਾਬੀ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਦਾ 5 ਜੂਨ ਨੂੰ ਇੱਕ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਕਾਨਫਰੰਸ ਹੋਈ ਸੀਗੀ 5 ਜੂਨ 1949 ਨੂੰ। ਉਹ ਕਾਨਫਰੰਸ ਦੇ ਵਿੱਚ ਕਿਤੇ ਨਾ ਕਿਤੇ ਪੰਜਾਬੀ ਨੂੰ ਮਾਧਿਅਮ ਬਣਾਉਣ ਦਾ ਸੁਝਾਅ ਦਿੱਤਾ ਗਿਆ ਸੀਗਾ, ਜਿਸ ਨੂੰ ਅਸਵੀਕਾਰ ਕਰ ਦਿੱਤਾ ਗਿਆ। ਹੁਣ ਕਿਤੇ ਨਾ ਕਿਤੇ ਭੀਮ ਸੈਨ ਉਸ ਸਮੇਂ ਆਪਣੇ ਕੀ ਸੀਗੇ, ਭੀਮ ਸੈਨ ਸੱਚਰ ਉਸ ਸਮੇਂ ਆਪਣੇ ਪੰਜਾਬ ਦੇ ਕੀ ਸੀਗੇ, ਮੁੱਖ ਮੰਤਰੀ ਸੀਗੇ। ਅਤੇ ਇਹਨਾਂ ਨਾਲ ਇੱਕ ਹੋਰ ਇਹਨਾਂ ਦੇ ਕੈਬਨਿਟ ਮੰਤਰੀ ਕਰਤਾਰ ਸਿੰਘ, ਉਹਨਾਂ ਨੇ ਇੱਕ ਯੋਜਨਾ ਤਿਆਰ ਕੀਤੀ ਜਿਸ ਨੂੰ ਸੱਚਰ ਫਾਰਮੂਲਾ ਕਿਹਾ ਜਾਂਦਾ ਹੈ। ਅਤੇ ਅਪ੍ਰੈਲ 1948 ਦੇ ਵਿੱਚ ਇਸ ਨੂੰ ਪਬਲਿਸ਼ ਕੀਤਾ ਗਿਆ ਅਤੇ ਅਕਤੂਬਰ ਦੇ ਵਿੱਚ ਇਸ ਦਾ ਐਲਾਨ ਕਰ ਦਿੱਤਾ ਗਿਆ ਸੁਝਾਵਾਂ ਦਾ। ਇਹਦੇ ਵਿੱਚ ਕੀ ਸੀਗਾ, ਮਾਧਿਅਮ ਨਿਰਧਾਰਿਤ ਕਰਨ ਲਈ ਪੰਜਾਬ ਨੂੰ 2 ਖੰਡਾਂ ਦੇ ਵਿੱਚ, ਇੱਕ ਹਿੰਦੀ ਭਾਸ਼ਾ ਦਾ ਅਤੇ ਇੱਕ ਪੰਜਾਬੀ ਭਾਸ਼ਾ ਦਾ। ਜੇਕਰ ਆਪਾਂ ਸੱਚਰ ਫਾਰਮੂਲੇ ਦੀ ਗੱਲ ਕਰ ਲੈਂਦੇ ਹਾਂ ਤਾਂ ਮਹੱਤਵਪੂਰਨ ਫਾਰਮੂਲਾ ਸੀਗਾ ਇੱਕ ਪੰਜਾਬੀ ਭਾਸ਼ਾ ਦਾ ਇਹਨਾਂ ਨੇ ਕਹਿਤਾ, ਇੱਕ ਕਹਿਤਾ ਹਿੰਦੀ ਭਾਸ਼ਾ ਦਾ। ਕਿਤੇ ਨਾ ਕਿਤੇ ਸਿੱਖਾਂ ਨੇ ਇਸ ਨੂੰ ਸਵਾਗਤ ਕੀਤਾ, ਪਰ ਲੇਕਿਨ ਇੱਥੇ ਹੁਣ ਵਿਰੋਧ ਦੇ ਵਿੱਚ ਆ ਗਏ ਹਿੰਦੂ ਲੋਕ, ਜਿਹੜੇ ਆਰਿਆ ਸਮਾਜੀ ਸੀਗੇ, ਜਨਸੰਘ ਸੀਗੇ, RSS ਸੀਗੀ, ਇਹਨਾਂ ਨੇ ਲਗਭਗ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਹ ਵੀ ਕਿਤੇ ਨਾ ਕਿਤੇ ਚੱਲਦਾ ਰਿਹਾ। ਹੁਣ ਇਸ ਫਾਰਮੂਲੇ ਨੂੰ ਲਾਗੂ ਤਾਂ ਕਰ ਦਿੱਤਾ ਗਿਆ, ਪਰ ਇੱਥੇ ਕੀ ਹੋਇਆ, ਇਸ ਫਾਰਮੂਲੇ ਦੇ ਐਲਾਨ ਦੇ ਨਾਲ ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ ਹੋਰ ਕਾਂਗਰਸੀ ਇਸ ਦਾ ਸਾਥ ਛੱਡ ਗਏ ਸੀਗੇ ਭੀਮ ਸੈਨ ਸੱਚਰ ਦਾ। ਹੁਣ ਕਿਤੇ ਨਾ ਕਿਤੇ ਫਿਰ ਗੋਪੀ ਚੰਦ ਭਾਰਗਵ ਜਿਹੜੇ ਸੀਗੇ, ਗੋਪੀ ਚੰਦ ਭਾਰਗਵ ਉਸ ਟਾਈਮ ਬਹੁਤ ਮਹੱਤਵਪੂਰਨ ਨੇਤਾ ਸੀਗੇ ਪੰਜਾਬ ਦੇ, ਉਹਨਾਂ ਦਾ ਕਿਤੇ ਨਾ ਕਿਤੇ ਰਸਤਾ ਸਾਫ਼ ਹੋ ਗਿਆ ਜਦੋਂ ਭੀਮ ਸੈਨ ਸੱਚਰ ਨੇ ਆਪ ਦਾ ਕਿਸੇ ਦਾ ਅਸਤੀਫਾ ਦਿੱਤਾ। ਹੁਣ ਇਸ ਤੋਂ ਬਾਅਦ ਕਮਿਸ਼ਨ ਦੀ ਗੱਲ ਹੁੰਦੀ ਹੈ 1949 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਸੀਗੇ ਲਗਭਗ। ਹੁਣ ਅਗਲਾ ਜਿਹੜਾ ਆਪਣੇ ਕੋਲੇ ਟੌਪਿਕ ਹੈ ਉਹ ਹੈਗਾ ਪੁਨਰਗਠਨ ਭਾਸ਼ਾ ਦੇ ਆਧਾਰ 'ਤੇ ਕੀਤਾ ਜਾਵੇ ਕਿ ਨਹੀਂ ਕੀਤਾ ਜਾਵੇ, ਇਹਦੇ ਲਈ ਇੱਕ ਆਯੋਗ ਨਿਯੁਕਤ ਕੀਤਾ ਜਿਸ ਨੂੰ ਫਜ਼ਲ ਅਲੀ ਆਯੋਗ ਕਿਹਾ ਜਾਂਦਾ ਹੈ। ਇਸ ਦੀ ਫੋਰਮੇਸ਼ਨ ਕੀਤੀ ਗਈ 22 ਦਸੰਬਰ, ਇਹ ਯਾਦ ਰੱਖਿਓ 22 ਦਸੰਬਰ 1953। ਇਹ ਡੇਟਾਂ ਹੁਣ ਆਪਾਂ ਨੂੰ ਫਸਾਉਣਗੀਆਂ, ਐਤਕੀ ਪੇਪਰ ਦੇ ਵਿੱਚ ਡੇਟਾਂ ਹੀ ਪਾਸ ਕਰਾਉਣਗੀਆਂ, ਕਿਉਂਕਿ ਪਿਛਲੀ ਵਾਰੀ ਡਾਇਰੈਕਟਲੀ ਡੇਟ ਪੁੱਛੀਆਂ ਹੋਈਆਂ ਸੀਗੀਆਂ, ਚਾਹੇ ਉਹ ਵੱਡੇ ਘੱਲੂਘਾਰੇ ਦੀ, ਚਾਹੇ ਉਹ ਬੰਦਾ ਸਿੰਘ ਬਹਾਦਰ ਦੀ ਡੇਟ ਪੁੱਛੀ ਹੋਵੇ, ਚਾਹੇ ਉਹ ਹੋਰ ਡੇਟਾ ਪੁੱਛੀਆਂ ਹੋਣ, ਤਾਂ ਪ੍ਰੋਪਰ ਡੇਟ ਪੁੱਛੀ ਹੋਈ ਸੀਗੀ। ਹੁਣ ਜਦੋਂ ਇਹ ਕਮਿਸ਼ਨ ਗਠਨ ਕੀਤਾ ਗਿਆ ਤਾਂ ਇਹਦੇ ਵਿੱਚ ਫਜ਼ਲ ਅਲੀ ਦੇ ਨਾਲ KM ਪਨਿੱਕਰ, HN ਕੁੰਜਰੂ ਇਹਨਾਂ ਦੇ ਨਾਲ ਸੀਗੇ। ਇਸ ਨੇ ਆਪਦੀ ਰਿਪੋਰਟ ਪੇਸ਼ ਕੀਤੀ ਅਕਤੂਬਰ 1955 ਦੇ ਵਿੱਚ। 1955 ਦੇ ਵਿੱਚ ਇਹਨਾਂ ਨੇ ਸਿੱਧਾ ਵਿਰੋਧ ਕਰਤਾ, ਭਾਸ਼ਾ ਦੇ ਆਧਾਰ 'ਤੇ ਤਾਂ ਰਾਜ ਬਣਾਉਣਾ ਹੀ ਨਹੀਂ, ਇੱਕ ਭਾਸ਼ਾ ਇੱਕ ਰਾਜ ਦਾ ਇਹਨਾਂ ਨੇ ਖਤਮ ਕਰਤਾ। ਪਰ ਲੇਕਿਨ ਇੱਥੇ ਕਿਤੇ ਨਾ ਕਿਤੇ ਇਹਨਾਂ ਨੇ ਕਿਹਾ ਕਿ ਪੁਨਰਗਠਨ ਜ਼ਰੂਰੀ ਹੈ, 16 ਰਾਜ ਬਣਾ ਦਿਓ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿਓ। ਸਿੱਖਾਂ ਨੇ ਕਮਿਸ਼ਨ ਦੀ ਨਿਯੁਕਤੀ ਦਾ ਸਵਾਗਤ ਕੀਤਾ, ਕਿਉਂਕਿ ਇਸ ਦੇ ਨਾਲ ਪੰਜਾਬੀ ਕਿਤੇ ਨਾ ਕਿਤੇ ਪੰਜਾਬੀ ਭਾਸ਼ਾਈ ਸੂਬੇ ਦਾ ਕਿਤੇ ਨਾ ਕਿਤੇ ਇੱਥੇ ਜ਼ਿਕਰ ਹੋ ਗਿਆ ਸੀਗਾ। ਅਤੇ ਹੁਣ ਸੱਚਰ ਫਾਰਮੂਲੇ ਦੇ ਵਿਰੋਧ ਦੇ ਵਿੱਚ ਹਿੰਦੂ ਮਹਾਂਸਭਾ ਅਤੇ ਆਰਿਆ ਸਮਾਜਾਂ ਨੇ ਇੱਕ ਨਵਾਂ ਹੀ ਸੰਗਠਨ ਬਣਾ ਲਿਆ ਜਿਸ ਨੂੰ ਕਹਿੰਦੇ ਸੀਗੇ ਮਹਾਪੰਜਾਬ ਦੀ ਜਿਹੜੀ ਗੱਲ ਕੀਤੀ ਗਈ ਹੈ। ਹੁਣ ਮਹਾਪੰਜਾਬ ਦੇ ਵਿੱਚ ਉਹਨਾਂ ਨੇ ਕਿਹੜੇ ਇਲਾਕੇ ਸੀਗੇ ਪੰਜਾਬ ਦੇ ਵਿੱਚ ਸਮਰਥਨ ਕੀਤਾ ਆਰਿਆ ਸਮਾਜ ਦਾ, ਠੀਕ ਹੈ। ਜਨਸੰਘ ਨੇ ਪੰਜਾਬ ਦੇ ਪ੍ਰਦੇਸ਼ ਅਗਵਾਈ ਦੇ ਵਿੱਚ ਪੈਪਸੂ ਮਿਲਾ ਕੇ ਇੱਕ ਵੱਡਾ ਰਾਜ ਕਾਇਮ ਕਰਨ ਦਾ ਸੁਝਾਅ ਦਾ ਸਮਰਥਨ ਕੀਤਾ ਸੀਗਾ। ਹੁਣ ਪ੍ਰਤਾਪ ਸਿੰਘ ਕੈਰੋਂ ਸੀਗਾ ਜਿਹੜਾ, ਉਸ ਨੇ ਵੀ ਕਿਤੇ ਨਾ ਕਿਤੇ ਇਸ ਦਾ ਸਮਰਥਨ ਕੀਤਾ ਸੀਗਾ ਮਹਾਪੰਜਾਬ ਦਾ। ਪਰ ਲੇਕਿਨ ਹੁਣ ਬਾਹਰ ਰੱਖ ਕੇ ਅਕਾਲੀ ਦਲ ਨੇ, ਮਹਾਪੰਜਾਬ ਸਮਿਤੀ ਨੇ ਆਪਣੀਆਂ ਮੰਗਾਂ, ਹੁਣ ਅਕਾਲੀ ਦਲ ਸੀਗਾ ਉਹ ਵੀ ਆਪਦੀਆਂ ਮੰਗਾਂ ਰੱਖ ਰਿਹਾ ਸੀਗਾ, ਮਹਾਪੰਜਾਬ ਸਮਿਤੀ ਸੀਗੀ ਉਹ ਵੀ ਆਪਦੀਆਂ ਮੰਗਾਂ ਰੱਖ ਰਹੀ ਸੀਗੀ। ਹੁਣ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਸ਼ੁਰੂ ਹੋ ਗਈ, ਭੜਕਾਊ ਨਾਅਰੇ ਲੱਗੇ ਗਏ। ਸਭ ਤੋਂ ਪਹਿਲਾਂ ਕਿਹਾ ਗਿਆ ਹਿੰਦੁਸਤਾਨ ਦਾ ਮਹਾਪੰਜਾਬ ਅਮਰ ਰਹੇ, ਪੰਜਾਬੀ ਸੂਬਾ ਮੁਰਦਾਬਾਦ। ਹੁਣ ਇੱਥੇ ਲੱਗਿਆ ਗਿਆ ਸੀਗਾ ਨਾਅਰਾ ਪੰਜਾਬੀ ਸੂਬਾ ਮੁਰਦਾਬਾਦ ਦਾ ਨਾਅਰਾ ਇੱਥੇ ਕਿਤੇ ਨਾ ਕਿਤੇ ਲੱਗਿਆ ਸੀਗਾ। ਹੁਣ ਨਾਅਰਾ ਆਪਾਂ ਇੱਕ ਹੋਰ ਲਿਖਿਆ ਸੀਗਾ ਪਾਕਿਸਤਾਨ ਮੁਰਦਾਬਾਦ ਦਾ ਨਾਅਰਾ, ਉਹ ਕਿਹਨੇ ਦਿੱਤਾ ਸੀਗਾ? ਮਾਸਟਰ ਤਾਰਾ ਸਿੰਘ ਨੇ। ਹੁਣ ਇੱਥੇ ਇੱਕ ਹੋਰ ਨਾਅਰਾ ਆਇਆ ਸੀਗਾ ਧੋਤੀ ਟੋਪੀ ਜਮਨਾ ਪਾਰ।
ਧੋਤੀ ਟੋਪੀ ਜਮਨਾ ਪਾਰ, ਇਹ ਨਾਰਾ ਵੀ ਕਿਤੇ ਨਾ ਕਿਤੇ ਉਸ ਟਾਈਮ ਬਹੁਤ ਮਸ਼ਹੂਰ ਹੋਇਆ ਸੀਗਾ। ਪਰ ਇਹ ਸਾਰਿਆਂ ਤੋਂ ਬਾਅਦ ਵੀ ਜਦੋਂ ਅਕਾਲੀ ਦਲ ਦੀ ਸਰਕਾਰ ਨੇ ਇਸ ਆਦਰਸ਼ ਦਾ ਵਿਰੋਧ ਕੀਤਾ, ਖਤਰਾ ਪੈਦਾ ਹੋਇਆ, ਤਾਂ ਕਿਤੇ ਨਾ ਕਿਤੇ ਨਾਅਰੇ ਲੱਗਣੇ ਸ਼ੁਰੂ ਹੋਏ, ਤਾਂ ਬਹੁਤ ਸਾਰੇ ਅਕਾਲੀਆਂ ਨੂੰ ਕੀ ਸੀਗਾ, ਜੇਲ੍ਹ ਦੇ ਵਿੱਚ ਸੱਟ ਦਿੱਤਾ ਗਿਆ, ਲਗਭਗ 12,000 ਅਕਾਲੀਆਂ ਨੂੰ, ਜਿਸ ਦੇ ਵਿੱਚ ਮਾਸਟਰ ਤਾਰਾ ਸਿੰਘ ਵੀ ਸੀਗਾ, ਹੁਕਮ ਸਿੰਘ ਵੀ ਸੀਗਾ ਅਤੇ ਗਿਆਨੀ ਕਰਤਾਰ ਸਿੰਘ ਵੀ ਸੀਗਾ। ਅਤੇ ਸਰਕਾਰ ਨੂੰ ਫਿਰ 12 ਜੁਲਾਈ 1900 ਨੂੰ ਇਹਨਾਂ ਨੂੰ ਰਿਹਾ ਕਰਨਾ ਪਿਆ। 1955 ਦੀ ਜਦੋਂ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਇਹਨਾਂ ਨੂੰ ਦੁਬਾਰਾ ਰਿਹਾ ਕਰਨਾ ਪਿਆ। ਰਿਹਾ ਹੁੰਦੇ ਸਾਰ ਹੀ ਫਿਰ ਮਾਸਟਰ ਤਾਰਾ ਸਿੰਘ ਨੇ ਕਮਿਸ਼ਨ ਜਿਹੜਾ ਸੀਗਾ, ਇੱਕ ਕਮਿਸ਼ਨ ਬਣਾਇਆ ਗਿਆ। ਜਿਹੜਾ ਇਹ ਕਮਿਸ਼ਨ ਸੀਗਾ, ਇਸ ਨੇ ਪੰਜਾਬੀ ਭਾਸ਼ਾ ਦੇ ਆਧਾਰ 'ਤੇ ਸੂਬੇ ਦੀ ਮੰਗ ਨੂੰ ਖਤਮ ਕਰਤਾ ਸੀਗਾ ਵੀ ਹੁਣ ਇਹ ਨਹੀਂ ਹੋਏਗਾ। ਤਾਂ ਹੁਣ ਮਾਸਟਰ ਤਾਰਾ ਸਿੰਘ ਹੋਰੀ ਇਹਦੇ ਵਿੱਚ ਬਹੁਤ ਦੁਖੀ ਹੋਏ ਇਸ ਚੀਜ਼ ਤੋਂ। ਉਹਨਾਂ ਨੇ ਕੀ ਕੀਤਾ, ਸਾਰੀਆਂ ਸਿੱਖ ਸੰਸਥਾਵਾਂ ਨੇ ਇੱਕ ਕਾਨਫਰੰਸ ਬੁਲਾਈ, ਮਹੱਤਵਪੂਰਨ ਕਾਨਫਰੰਸ ਇਹ, ਜਿਹੜੀ ਅਕਤੂਬਰ 1955 ਦੇ ਵਿੱਚ 16 ਅਕਤੂਬਰ 1955 ਦੇ ਵਿੱਚ ਕਿਤੇ ਨਾ ਕਿਤੇ ਉਹ ਕਾਨਫਰੰਸ ਬੁਲਾਈ ਗਈ ਸੀਗੀ ਅੰਮ੍ਰਿਤਸਰ ਦੇ ਵਿੱਚ। ਸਾਰੀਆਂ ਸੰਸਥਾਵਾਂ, ਸਾਰੀਆਂ ਪਾਰਟੀਆਂ ਦੇ ਵਿੱਚ ਸ਼ਾਮਿਲ ਹੋਈਆਂ। ਪ੍ਰਸਤਾਵ ਪਾਸ ਕੀਤਾ ਗਿਆ ਕਿ ਸਾਡੇ ਨਾਲ ਵੱਡੀ ਬੇਇਨਸਾਫੀ ਹੋਈ ਹੈ, ਅਸੀਂ ਜਿਹੜੇ ਸੱਚਰ ਜਾਂ ਜਿਹੜਾ ਸੀਗਾ ਇਹ ਫਜ਼ਲ ਅਲੀ ਆਯੋਗ ਹੈ, ਇਹਦੀਆਂ ਮੰਗਾਂ ਨੂੰ ਅਸੀਂ ਨਹੀਂ ਮੰਨਦੇ। ਹੁਣ ਨਇਆ ਅਗਲਾ ਜਿਹੜਾ ਆਉਂਦਾ ਹੈ ਰੀਜਨਲ ਫਾਰਮੂਲਾ। ਰੀਜਨਲ ਫਾਰਮੂਲਾ ਹੁਣ ਮਹੱਤਵਪੂਰਨ ਚੀਜ਼ ਹੈ ਇੱਥੇ, ਕਿਉਂਕਿ ਇਹਦੇ ਵਿੱਚ ਕਿਤੇ ਨਾ ਕਿਤੇ ਮਾਸਟਰ ਤਾਰਾ ਸਿੰਘ ਦੀ ਅਗਵਾਈ ਦੇ ਵਿੱਚ 5 ਅਕਾਲੀ, ਉਸ ਟਾਈਮ ਨਹਿਰੂ ਪ੍ਰਧਾਨ ਮੰਤਰੀ ਸੀਗੇ, ਗੋਬਿੰਦ ਵੱਲਭ ਪੰਤ ਉਸ ਟਾਈਮ ਗ੍ਰਹਿ ਮੰਤਰੀ ਸੀਗੇ, ਅਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਉਸ ਟਾਈਮ ਸਿੱਖਿਆ ਮੰਤਰੀ ਸੀਗੇ। ਉਹਨਾਂ ਨੂੰ ਗੱਲਬਾਤ ਕਰਨ ਲਈ ਗਏ ਅਤੇ ਉਹਨਾਂ ਨੇ ਇੱਕ ਫਾਰਮੂਲਾ ਕੱਢਿਆ ਜਿਸ ਨੂੰ ਰੀਜਨਲ ਫਾਰਮੂਲਾ ਕਿਹਾ ਜਾਂਦਾ। ਇਹ ਰੀਜਨਲ ਫਾਰਮੂਲੇ ਦੇ ਆਧਾਰ 'ਤੇ 4 ਨਵੰਬਰ 1957 ਨੂੰ ਇਹਨੂੰ ਲਾਗੂ ਕਰ ਦਿੱਤਾ ਗਿਆ। ਰੀਜਨਲ ਫਾਰਮੂਲਾ ਸੀਗਾ, 4 ਨਵੰਬਰ 1957 ਨੂੰ ਇਸ ਨੂੰ ਲਾਗੂ ਕਰ ਦਿੱਤਾ ਗਿਆ। ਅਤੇ ਇਸ ਦੀਆਂ ਮੁੱਖ ਕੀ ਸੀਗਾ, ਇੱਕ ਵਿਧਾਨ ਸਭਾ ਹੋਏਗੀ ਅਤੇ ਇੱਕ ਕਮੇਟੀ ਬਣਾ ਦਿੱਤੀ ਗਈ ਜਿਹਨੂੰ 14 ਵਿਸ਼ੇ ਦਿੱਤੇ ਗਏ। ਉਸ ਤੋਂ ਬਾਅਦ ਕਮੇਟੀ ਸਰਕਾਰ ਨੂੰ ਸੁਝਾਅ ਦੇ ਸਕੇਗੀ। ਜੇਕਰ ਕਮੇਟੀ ਅਤੇ ਸਰਕਾਰ ਦੇ ਵਿੱਚ ਨਹੀਂ ਬਣਦੀ ਤਾਂ ਗਵਰਨਰ ਫੈਸਲਾ ਕਰੇਗਾ। ਅਕਾਲੀਆਂ ਨੇ ਇਸ ਨੂੰ ਮੰਨ ਲਿਆ, ਪਰ ਲੇਕਿਨ ਫਿਰ ਉਹੀ ਹਿੰਦੂ ਜਿਹੜੇ ਲੋਕ ਸੀਗੇ ਉਹਨਾਂ ਨੇ ਇਸ ਦਾ ਵਿਰੋਧ ਕੀਤਾ, ਚਾਹੇ ਉਹ RSS ਸੀਗੀ, ਚਾਹੇ ਜਨਸੰਘ ਸੀਗਾ, ਉਹਨਾਂ ਨੇ ਫਿਰ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ। ਉਸ ਤੋਂ ਬਾਅਦ ਅਗਲੀ ਗੱਲ ਸੀਗੀ, 2 ਖੇਤਰ ਬਣਾ ਦਿੱਤੇ ਸੀਗੇ, ਪੰਜਾਬੀ ਭਾਸ਼ਾ ਦੇ ਲਈ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਲਈ ਹਿੰਦੀ। ਅਸੈਂਬਲੀ ਇਹਨਾਂ ਨੇ ਸੰਯੁਕਤ ਕਰ ਦਿੱਤੀ ਗਈ। ਫਿਰ ਕਿਤੇ ਨਾ ਕਿਤੇ ਇਹਦਾ ਵੀ ਕਿਤੇ ਨਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਪਰ ਇੱਥੇ ਵਿਰੋਧ ਸ਼ੁਰੂ ਕਿਉਂ ਹੋਇਆ ਸੀਗਾ, ਕਿਉਂਕਿ 1956 ਤੋਂ ਪਹਿਲਾਂ ਦਾ ਜਿਹੜਾ ਪੰਜਾਬ ਹੈ ਉਹਦੇ ਕੁਝ ਇਲਾਕੇ ਸੀਗੇ, ਉਹਦੇ ਵਿੱਚ ਸੱਚਰ ਫਾਰਮੂਲਾ ਹੀ ਲਾਗੂ ਕਰਨ ਦੀ ਗੱਲ ਇੱਥੇ ਕਹਿ ਦਿੱਤੀ ਗਈ ਸੀਗੀ। ਅਤੇ ਪੁਰਾਣੇ ਪੈਪਸੂ ਇਲਾਕਿਆਂ ਦੇ ਵਿੱਚ ਪੈਪਸੂ ਫਾਰਮੂਲਾ ਲਾਗੂ ਰਹਿਣ ਦੀ ਇੱਥੇ ਕਿਤੇ ਨਾ ਕਿਤੇ ਗੱਲ ਕਰ ਦਿੱਤੀ ਗਈ। ਤਾਂ ਹੁਣ ਇਸ ਦਾ ਪ੍ਰਤੱਖ ਵਿਰੋਧ ਹਿੰਦੂ ਮਹਾਸਭਾ ਨੇ, RSS ਨੇ ਕੀਤਾ ਕਿ ਦੋਹਰਾ ਇੱਥੇ ਸਿਸਟਮ ਨਾ ਲਾਗੂ ਕੀਤਾ ਜਾਵੇ, ਪੂਰੇ ਪੰਜਾਬ 'ਤੇ ਇੱਕ ਹੀ ਫਾਰਮੂਲਾ ਲਾਗੂ ਕੀਤਾ ਜਾਵੇ। ਹੁਣ ਇੱਥੇ ਇੱਕ ਹੋਰ ਗੱਲ ਆਉਂਦੀ ਹੈ, ਗਿਆਨੀ ਕਰਤਾਰ ਸਿੰਘ ਨੇ ਇੱਕ ਮਹੱਤਵਪੂਰਨ ਸਟੇਟਮੈਂਟ ਦਿੱਤੀ ਸੀਗੀ ਵੀ ਬੇਸ਼ੱਕ ਸਰਕਾਰ ਨੇ ਰੀਜਨਲ ਫਾਰਮੂਲੇ 'ਤੇ, ਗਿਆਨੀ ਕਰਤਾਰ ਸਿੰਘ ਦੀ ਮਹੱਤਵਪੂਰਨ ਸਟੇਟਮੈਂਟ ਆਈ ਸੀਗੀ ਕਿ ਬੇਸ਼ੱਕ ਸਰਕਾਰ ਨੇ ਸਾਨੂੰ ਪੰਜਾਬੀ ਸੂਬਾ ਨਹੀਂ ਦਿੱਤਾ, ਪਰ ਲੇਕਿਨ ਸ਼ਗਨ ਜਾਂ ਵਚਨ ਸਾਨੂੰ ਦੇ ਦਿੱਤਾ ਹੈ। ਤਾਂ ਹੁਣ 30 ਸਤੰਬਰ ਨੂੰ ਕੀ ਹੋਇਆ, ਬਹੁਤ ਸਾਰੇ ਅਕਾਲੀ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ, ਪਰ ਲੇਕਿਨ ਮਾਸਟਰ ਤਾਰਾ ਸਿੰਘ ਅਤੇ ਹੋਰ ਅਕਾਲੀ ਸੀਗੇ ਉਹ ਕਾਂਗਰਸ ਤੋਂ ਦੂਰ ਰਹੇ। ਹੁਣ ਇੱਥੇ ਕੀ ਸੀਗਾ, ਅਕਾਲੀ ਨੇਤਾ ਹੁਕਮ ਸਿੰਘ ਜਿਸ ਨੇ ਰੀਜਨਲ ਫਾਰਮੂਲਾ ਨੂੰ ਨੇਪਰੇ ਚਾੜਨ ਦੇ ਵਿੱਚ ਮਹੱਤਵਪੂਰਨ ਯੋਗਦਾਨ, ਹੁਕਮ ਸਿੰਘ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਹ ਮਹੱਤਵਪੂਰਨ ਅਕਾਲੀ ਨੇਤਾ ਸੀਗਾ ਉਸ ਟਾਈਮ ਦਾ। ਇਸਨੇ ਇੱਕ ਮਹੱਤਵਪੂਰਨ ਯੋਗਦਾਨ ਦਿੱਤਾ ਸੀਗਾ ਵੀ ਕਿਤੇ ਨਾ ਕਿਤੇ ਰੀਜਨਲ ਫਾਰਮੂਲਾ ਲਾਗੂ ਹੋਵੇ। ਤਾਂ ਇਹਨਾਂ ਨੂੰ ਇਸੇ ਆਧਾਰ 'ਤੇ ਕੀ ਕੀਤਾ, ਡਿਪਟੀ ਸਪੀਕਰ ਬਣਾ ਦਿੱਤਾ ਗਿਆ। ਉਸ ਟਾਈਮ ਲੋਕ ਸਭਾ ਦਾ ਸਪੀਕਰ ਬਣਾ ਦਿੱਤਾ ਗਿਆ ਸੀਗਾ। ਫਿਰ ਜਦੋਂ ਚੋਣਾਂ ਹੋਈਆਂ ਤਾਂ ਪੰਜਾਬ ਦੇ ਕੀ ਸੀਗੇ, ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਬਣ ਗਏ। ਅਤੇ ਉਹਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਣੇ 1957 ਦੀਆਂ ਚੋਣਾਂ ਦੇ ਵਿੱਚ, ਤਾਂ ਇਹਨਾਂ ਨੇ 2 ਅਕਾਲੀ ਲੀਡਰ ਗਿਆਨ ਸਿੰਘ ਰਾੜੇਵਾਲਾ ਅਤੇ ਗਿਆਨੀ ਕਰਤਾਰ ਸਿੰਘ ਨੂੰ ਕੈਬਨਿਟ ਦੇ ਵਿੱਚ ਸ਼ਾਮਿਲ ਕਰ ਲਿਆ। ਹੁਣ ਤੁਹਾਨੂੰ ਪਹਿਲਾਂ ਦੱਸਿਆ ਕਿ ਹਿੰਦੂ ਮਹਾਸਭਾ ਨੇ
ਰੀਜਨਲ ਫਾਰਮੂਲੇ ਦੀ ਵਿਰੋਧਤਾ ਕੀਤੀ ਸੀ। ਉਹਨਾਂ ਨੇ ਕਿਹਾ ਸੀਗਾ ਪੂਰੇ ਪੰਜਾਬ ਦੇ ਵਿੱਚ ਇੱਕੋ ਹੀ ਹੋਵੇ ਫਾਰਮੂਲਾ। ਹੁਣ ਇਹਨਾਂ ਨੇ ਕਹਿਤਾ ਹਿੰਦੀ ਖਤਰੇ ਦੇ ਵਿੱਚ ਹੈ, ਇੱਕ ਇਹ ਨਾਅਰਾ ਦਿੱਤਾ। ਇੱਕ ਆਰਿਆ ਸਮਾਜ ਵੱਲੋਂ ਇੱਕ ਹੋਰ ਸਮਿਤੀ ਬਣਾਈ ਗਈ ਸੀਗੀ, ਹਿੰਦੀ ਰਕਸ਼ਾ ਸਮਿਤੀ। ਹਿੰਦੀ ਰਕਸ਼ਾ ਸਮਿਤੀ ਇਹ ਆਰਿਆ ਸਮਾਜ ਵੱਲੋਂ ਬਣਾਈ ਗਈ ਸੀਗੀ। ਹੁਣ ਇਹ 'ਤੇ ਇੱਕ ਹੋਰ ਮਹੱਤਵਪੂਰਨ ਨਾਮ ਉੱਭਰ ਕੇ ਸਾਹਮਣੇ ਆ ਜਾਂਦਾ ਹੈ, ਉਹ ਸੀਗਾ ਸਵਾਮੀ ਆਤਮਾਨੰਦ ਦਾ। 80 ਸਾਲਾਂ ਦਾ ਬਜ਼ੁਰਗ ਸੀਗਾ, ਉਹਨੇ ਅਨਸ਼ਨ ਕਰਤਾ ਸਰਕਾਰ ਦੇ ਵਿਰੁੱਧ ਸੈਕਟਰੀਏਟ ਦੇ ਸਾਹਮਣੇ। ਫਿਰ ਹੁਣ ਇਸ ਦੇ ਆਧਾਰ 'ਤੇ ਹੀ ਪੰਜਾਬ ਦੇ ਵਿੱਚ ਪਹਿਲੀ ਸੂਬਾ ਕਾਨਫਰੰਸ ਬੁਲਾਈ। ਇਸ ਆਧਾਰ 'ਤੇ ਪਹਿਲੀ ਪੰਜਾਬੀ ਸੂਬਾ ਕਾਨਫਰੰਸ ਬੁਲਾਈ ਗਈ। ਉਸ ਦਾ ਪ੍ਰਧਾਨ ਜਿਹੜਾ ਬਣਿਆ ਸੀਗਾ ਮਾਸਟਰ ਤਾਰਾ ਸਿੰਘ, ਉਸ ਦਾ ਪ੍ਰਧਾਨ ਬਣਿਆ। ਅਤੇ ਮੀਤ ਪ੍ਰਧਾਨ, ਹੁਣ ਇੱਥੇ ਇੱਕ ਮਹੱਤਵਪੂਰਨ ਨਾਮ ਆਊਗਾ, ਇਹ ਜ਼ਰੂਰ ਆਪਾਂ ਨੇ ਧਿਆਨ ਵਿੱਚ ਰੱਖਣਾ। ਮਾਸਟਰ ਤਾਰਾ ਸਿੰਘ ਉਸ ਟਾਈਮ ਪ੍ਰਧਾਨ ਸੀਗੇ ਅਤੇ ਮੀਤ ਪ੍ਰਧਾਨ ਉੱਥੇ ਸੰਤ ਫਤਿਹ ਸਿੰਘ ਨੂੰ ਲਗਾਇਆ ਗਿਆ। ਇਹ ਬਿਲੋਂਗ ਕਰਦੇ ਸੀਗੇ ਗੰਗਾ ਨਗਰ ਤੋਂ, ਪਰ ਕਿਤੇ ਨਾ ਕਿਤੇ ਪੰਜਾਬੀਅਤ ਜਾਂ ਪੰਜਾਬੀ ਇਹਨਾਂ ਦੇ ਜ਼ਹਿਨ ਦੇ ਵਿੱਚ ਸੀ। ਇਹਨਾਂ ਨੇ ਕਿਹਾ ਕਿ ਅਸੀਂ ਇੱਕ ਪੰਜਾਬੀ ਸੂਬੇ ਦੀ ਗੱਲ ਕਰਦੇ ਹਾਂ, ਨਾ ਕਿ ਸਿੱਖ ਸੂਬੇ ਦੀ ਅਸੀਂ ਗੱਲ ਨਹੀਂ ਕਰਦੇ, ਅਸੀਂ ਪੰਜਾਬੀ ਸੂਬੇ ਦੀ ਗੱਲ ਕਰਦੇ ਹਾਂ, ਅਸੀਂ ਪੰਜਾਬੀਅਤ ਦੀ ਗੱਲ ਕਰਦੇ ਹਾਂ। ਅਤੇ ਪੰਜਾਬ ਭਾਸ਼ਾ ਸੰਸਕ੍ਰਿਤੀ ਦਾ ਵਿਕਾਸ ਜੇਕਰ ਹੋ ਗਿਆ ਤਾਂ ਸਾਡਾ ਆਪਣਾ ਧਰਮ ਸੁਰੱਖਿਅਤ ਰਹੇਗਾ, ਇਹਨਾਂ ਨੇ ਇਹ ਗੱਲ ਕਹੀ ਸੀ। ਫਿਰ ਰੀਜਨਲ ਫਾਰਮੂਲੇ ਦੇ ਵਿੱਚ ਕੁਛ ਚੇਂਜ ਕੀਤੇ ਤਾਂ ਸਰਕਾਰ ਨੇ ਕਿਹਾ ਰੀਜਨਲ ਫਾਰਮੂਲੇ ਦੀ ਤਾਂ ਜਾਨ ਹੀ ਕੱਢ ਲਈ ਹੈ। ਕੁਛ ਹੋਰ ਆਲੋਚਨਾ ਕੀਤੀਆਂ, ਜਦੋਂ ਲਾਗੂ ਨਾ ਕਰਨ ਦੀ ਗੱਲ ਸਰਕਾਰ ਨੇ ਜਦੋਂ ਕੀਤੀ। ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ 1958 ਦੇ ਵਿੱਚ। 1958 ਦੇ ਵਿੱਚ ਜਦੋਂ SGPC ਦੀਆਂ ਚੋਣਾਂ ਹੋਈਆਂ ਤਾਂ ਇੱਥੇ ਸਰਕਾਰ ਜਿਹੜੀ ਕਾਂਗਰਸ ਹੈ ਉਹਨੇ ਰਲ ਮਿਲ ਕੇ ਕੀ ਕੀਤਾ, ਮਾਸਟਰ ਤਾਰਾ ਸਿੰਘ ਨੂੰ ਹਰਾ ਦਿੱਤਾ। ਪਰ ਲੇਕਿਨ ਗੱਲ ਕੀ ਹੋਈ, ਜਦੋਂ ਇਹ ਚੱਲ ਰਹੇ ਸੀਗੇ ਕਿਤੇ ਨਾ ਕਿਤੇ ਹੁਕਮ ਸਿੰਘ ਜਾਂ ਗਿਆਨੀ ਕਰਤਾਰ ਸਿੰਘ ਰਾੜੇਵਾਲਾ ਅਕਾਲੀ ਪਹਿਲਾਂ ਹੀ ਕਾਂਗਰਸ ਵਿੱਚ ਸ਼ਾਮਿਲ ਸਨ, ਠੀਕ ਹੈ। ਤਾਂ ਹੁਣ ਕੀ ਹੋਇਆ, 1960 ਦੀਆਂ ਚੋਣਾਂ ਹੁੰਦੀਆਂ ਨੇ, ਜਨਵਰੀ 1960 ਦੇ ਵਿੱਚ 139 ਸੀਟਾਂ ਸੀਗੀਆਂ, ਉਹਦੇ ਵਿੱਚ 132 ਸੀਟਾਂ ਇਕੱਲਾ ਮਾਸਟਰ ਤਾਰਾ ਸਿੰਘ ਜਿੱਤ ਗਿਆ। ਮਾਸਟਰ ਤਾਰਾ ਸਿੰਘ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਨੇ ਉਹ ਜਿੱਤਾਂ ਹਾਸਲ ਕਰ ਲਈਆਂ ਅਤੇ ਕਾਂਗਰਸ ਦਾ ਜਿਹੜਾ ਵੋਟ ਸੀਗਾ ਉਹਨੂੰ ਸਿਰਫ 4 ਸੀਟਾਂ ਪ੍ਰਾਪਤ ਹੋਈਆਂ ਸੀ। ਫਿਰ ਹੁਣ ਇੱਥੇ ਫੇਰ ਮੁੜ ਕੇ ਪੰਜਾਬੀ ਸੂਬੇ ਦੀ ਮੰਗ ਜ਼ੋਰ ਪਕੜਨੀ ਸ਼ੁਰੂ ਕਰ ਗਈ। ਤਾਂ ਹੁਣ ਆਪਾਂ ਨੇ ਗੱਲ ਕਰ ਲਈ ਕਿ 1958 ਦੇ ਵਿੱਚ ਪੰਜਾਬੀ ਸੂਬਾ ਕਨਵੈਨਸ਼ਨ ਹੋਈ ਸੀਗੀ, ਕਾਨਫਰੰਸ ਹੋਈ ਸੀਗੀ। 1958 ਦੇ ਵਿੱਚ ਪੰਜਾਬੀ ਸੂਬਾ ਕਾਨਫਰੰਸ ਹੋਈ ਸੀਗੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉੱਥੇ ਬਣੇ ਸੀਗੇ, ਅੰਮ੍ਰਿਤਸਰ ਦੇ ਵਿੱਚ ਇਹ ਹੋਈ ਸੀਗੀ। ਤਾਂ ਇਹ ਜ਼ਰੂਰ ਯਾਦ ਰੱਖਣਾ ਕਿਉਂਕਿ 12 ਅਕਤੂਬਰ 1958 ਦੀ ਇਹ ਯਾਦ ਰੱਖਣੀਆਂ ਨੇ ਡੇਟਾਂ, 12 ਅਕਤੂਬਰ 1958। ਹੁਣ ਜਦੋਂ ਅਗਲੀ ਗੱਲ ਹੈ ਆਪਾਂ ਦੇਖਦੇ ਹਾਂ, ਹੁਣ SGPC ਦੀ ਚੋਣ ਤੋਂ ਬਾਅਦ 10 ਮਈ 1960 ਨੂੰ ਜਦੋਂ ਮਾਸਟਰ ਤਾਰਾ ਸਿੰਘ ਨੇ ਅੰਮ੍ਰਿਤਸਰ ਦੇ ਵਿੱਚ ਮੰਜੀ ਸਾਹਿਬ ਤੋਂ ਇੱਕ ਭਾਸ਼ਣ ਦਿੱਤਾ। ਉਹਨਾਂ ਨੇ ਕਿਹਾ ਕਿ ਪੰਜਾਬੀ ਸੂਬਾ ਅਸੀਂ ਪ੍ਰਾਪਤ ਕਰਨਾ ਹੈ, ਜਾਂ ਤਾਂ ਮਰਾਂਗੇ ਜਾਂ ਫਿਰ ਜਿੱਤਾਂਗੇ। ਅਤੇ ਫਿਰ ਇਸ ਦੇ ਆਧਾਰ 'ਤੇ ਹੀ 1960 ਦੇ ਵਿੱਚ ਪੰਜਾਬੀ ਸੂਬਾ ਕਨਵੈਨਸ਼ਨ ਬੁਲਾਈ ਗਈ ਸੀ। ਡੇਟ ਸੀਗੀ 22 ਮਈ 1960 ਬਣਾਈ ਗਈ। ਅਤੇ ਹੁਣ ਇੱਥੇ ਦੇਖੋ ਪ੍ਰਧਾਨ ਬਣਾਇਆ ਗਿਆ ਪੰਡਿਤ ਸੁੰਦਰ ਲਾਲ ਨੂੰ, ਪੰਡਿਤ ਸੁੰਦਰ ਲਾਲ, ਅਤੇ ਡਾਕਟਰ ਸੈਫਉਦੀਨ ਕਿਚਲੂ ਨੂੰ ਤੋਂ ਇਸ ਦਾ ਉਦਘਾਟਨ ਕਰਵਾਇਆ ਗਿਆ। ਹੁਣ ਇਸ ਤੋਂ ਬਾਅਦ ਕੀ ਆ, ਲਗਭਗ ਹੁਣ ਜਲੂਸ ਕੱਢਣੇ ਸ਼ੁਰੂ ਕਰ ਦਿੱਤੇ ਗਏ। ਕਿਤੇ ਨਾ ਕਿਤੇ ਮਾਸਟਰ ਤਾਰਾ ਸਿੰਘ ਸੀਗੇ ਮਹੱਤਵਪੂਰਨ ਨੇਤਾ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆ ਗਏ। ਹੁਣ ਮਾਸਟਰ ਤਾਰਾ ਸਿੰਘ ਨੂੰ 25 ਜੁਲਾਈ 1960 ਨੂੰ ਗ੍ਰਿਫਤਾਰ ਕਰ ਲਿਆ ਗਿਆ। 1960 ਨੂੰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਫਿਰ ਇਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਸੰਤ ਫਤਿਹ ਸਿੰਘ ਨੇ ਮਹੱਤਵਪੂਰਨ ਅੰਦੋਲਨ ਚਲਾਇਆ। ਪੰਜਾਬੀ ਸੂਬਾ ਅਸੀਂ ਕਿਹਾ ਅਸੀਂ ਬਹੁਸੰਖਿਅਕ ਖੇਤਰ ਨਹੀਂ ਲੈਣਾ ਚਾਹੁੰਦੇ, ਅਸੀਂ ਪੰਜਾਬੀ ਸੂਬਾ ਚਾਹੁੰਦੇ ਹਾਂ। ਇਹਨਾਂ ਨੇ ਧਰਮ ਨਿਰਪੱਖਤਾ ਨੂੰ ਅਲੱਗ ਕਰਤਾ, ਕਹਿੰਦੇ ਅਸੀਂ ਧਰਮ ਦੇ ਆਧਾਰ 'ਤੇ ਨਹੀਂ ਮੰਗਦੇ, ਸਾਨੂੰ ਪੰਜਾਬੀ ਸੂਬਾ ਚਾਹੀਦਾ। ਤਾਂ 21 ਅਕਤੂਬਰ 1960 ਨੂੰ ਇਹਨਾਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਪੱਤਰ ਲਿਖਿਆ। 21 ਅਕਤੂਬਰ ਨੂੰ
1960 ਨੂੰ ਕਿਤੇ ਨਾ ਕਿਤੇ ਪੱਤਰ ਲਿਖਿਆ, ਉਹਦੇ ਵਿੱਚ ਕਿਹਾ ਸਾਨੂੰ ਪੰਜਾਬੀ ਸੂਬੇ ਦੀ ਲੋੜ ਹੈ। ਹੁਣ ਪੰਜਾਬੀ ਸੂਬੇ ਦੀ ਸੰਵਿਧਾਨਿਕ ਲੋਕਤੰਤਰ ਤੌਰ 'ਤੇ ਗੱਲ ਮੰਨੀ ਗਈ ਅਤੇ ਮਰਨ ਵਰਤ ਰੱਖ ਲਈ। ਹੁਣ ਗੱਲ ਮੰਨਣ ਦੀ ਜਦੋਂ ਗੱਲ ਨਹੀਂ ਕੀਤੀ ਸੰਵਿਧਾਨਿਕ ਜਾਂ ਲੋਕਤੰਤਰੀ ਤਰੀਕੇ ਨਾਲ, ਕਿ ਅਸੀਂ ਕਿਹਾ ਕਿ ਅਸੀਂ ਧਰਮ ਨਿਰਪੱਖ ਰਹਿਣਾ ਚਾਹੁੰਦੇ ਹਾਂ, ਅਸੀਂ ਸਿੱਖ ਰਾਜ ਦੀ ਗੱਲ ਨਹੀਂ ਕਰਦੇ, ਅਸੀਂ ਸਿੱਖ ਸੂਬੇ ਦੀ ਗੱਲ ਨਹੀਂ ਕਰਦੇ, ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ, ਜਿਹੜਾ ਕਿ ਸੰਵਿਧਾਨਿਕ ਤੌਰ 'ਤੇ ਜਾਇਜ਼ ਵੀ ਹੈ, ਸਾਡੀ ਮੰਗ ਮੰਨੋ। ਤਾਂ ਨਹੀਂ ਮੰਨੀ ਗਈ ਤਾਂ ਇਹਨਾਂ ਨੇ ਕੀ ਕੀਤਾ, 18 ਦਸੰਬਰ ਨੂੰ 1960 ਨੂੰ ਸੰਤ ਫਤਿਹ ਸਿੰਘ ਮਰਨ ਵਰਤ 'ਤੇ ਬੈਠ ਗਏ। ਪਰ ਲੇਕਿਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ 20 ਜਨਵਰੀ ਨੂੰ ਚੰਡੀਗੜ੍ਹ ਆਉਂਦੇ ਨੇਗੇ ਅਤੇ ਕਿਹਾ ਕਿ ਅਸੀਂ ਪੰਜਾਬੀ ਭਾਸ਼ਾ ਜੋ ਕਿ ਪ੍ਰਬਲ ਭਾਸ਼ਾ ਹੈ ਉਹਦਾ ਹਰ ਸੰਭਵ ਯਤਨ ਕਰਾਂਗੇ। ਅਤੇ ਜਵਾਹਰ ਲਾਲ ਨਹਿਰੂ 21 ਦਸੰਬਰ ਨੂੰ ਆ ਕੇ ਆਪ ਸੰਤ ਫਤਿਹ ਸਿੰਘ ਜੀ ਦਾ ਕੀ ਹੈ ਜਿਹੜਾ ਵਰਤ ਹੈ ਉਹ ਤੁੜਵਾਉਂਦੇ ਨੇਗੇ। ਪਰ ਲੇਕਿਨ ਹੁਣ 1961 ਦੇ ਵਿੱਚ ਮਾਸਟਰ ਤਾਰਾ ਸਿੰਘ ਰਿਹਾ ਹੋ ਜਾਂਦੇ ਨੇ, ਜਨਵਰੀ 1961 ਦੇ ਵਿੱਚ। ਫਿਰ ਇਹ ਜਾ ਕੇ ਮੰਤਰੀ ਨੂੰ ਮਿਲਦੇ ਆ, ਫਿਰ ਉੱਥੇ ਐਲਾਨ ਕਰ ਦਿੰਦੇ ਆ, ਐਲਾਨ ਭਾਸ਼ਾਈ ਆਧਾਰ 'ਤੇ ਰਾਜ ਨਿਰਮਾਣ ਸਿੱਖਾਂ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ। ਪਰ ਲੇਕਿਨ ਕਿਤੇ ਨਾ ਕਿਤੇ ਫਿਰ ਇਹਨਾਂ ਦੀ ਗੱਲ ਨਹੀਂ ਸੁਣੀ ਗਈ। ਪਰੰਤੂ ਮੁਕਾਬਲਾ ਖਤਮ ਨਹੀਂ ਹੋਇਆ। ਇੱਥੇ ਕੀ ਕੀਤਾ, 15 ਅਗਸਤ ਨੂੰ ਮਾਸਟਰ ਤਾਰਾ ਸਿੰਘ ਨੇ ਫਿਰ ਵਰਤ ਰੱਖ ਲਿਆ। 15 ਅਗਸਤ 1961 ਨੂੰ ਹੁਣ ਮਾਸਟਰ ਤਾਰਾ ਸਿੰਘ ਵਰਤ 'ਤੇ ਬੈਠ ਗਏ। ਪਰ ਲੇਕਿਨ ਮਹਾਰਾਜਾ ਯਾਦਵਿੰਦਰ ਸਿੰਘ ਅਤੇ ਹੋਰ ਨੇਤਾਵਾਂ ਨੇ, ਇੱਕ ਮਲਿਕ ਹਰਦਿੱਤ ਸਿੰਘ ਸੀਗਾ, ਇਹ ਨਾਮ ਜ਼ਰੂਰ ਯਾਦ ਰੱਖਣਾ ਹੈ, ਮਲਿਕ ਹਰਦਿੱਤ ਸਿੰਘ, ਇਹਨਾਂ ਨੇ ਆ ਕੇ, ਇੱਕ ਮਹਾਰਾਜਾ ਯਾਦਵਿੰਦਰ ਸਿੰਘ ਸੀਗੇ, ਇਹਨਾਂ ਨੇ ਆ ਕੇ ਮਾਸਟਰ ਤਾਰਾ ਸਿੰਘ ਜੀ ਦਾ ਕੀ ਸੀਗਾ ਵਰਤ ਤੁੜਵਾ ਦਿੱਤਾ। ਹੁਣ ਇੱਕ ਕਮਿਸ਼ਨ ਬਿਠਾਇਆ ਗਿਆ ਕਿ ਸਿੱਖਾਂ ਦੇ ਵਿਰੁੱਧ ਵਿਤਕਰਾ ਕਰ ਰਹੀ ਹੈ ਸਰਕਾਰ ਦਿਨੋਂ ਦਿਨ, ਉਹਦੇ ਆਧਾਰ 'ਤੇ ਇੱਕ ਕਮਿਸ਼ਨ ਬਣਾਇਆ ਗਿਆ, ਦਾਸ ਕਮਿਸ਼ਨ, ਜਿਸ ਨੂੰ ਦਾਸ ਕਮਿਸ਼ਨ ਦੇ ਨਾਲ ਜਾਣਿਆ ਜਾਂਦਾ ਹੈ। ਇਹਦਾ ਪੂਰਾ ਨਾਮ ਸੀਗਾ SR ਦਾਸ ਕਮਿਸ਼ਨ। ਉਸ ਟਾਈਮ ਦੇ ਸਾਬਕਾ ਚੀਫ ਜਸਟਿਸ ਸੀਗੇ ਇਹ ਸੁਪਰੀਮ ਕੋਰਟ ਦੇ। ਅਤੇ ਹੁਣ 31 ਅਕਤੂਬਰ 1961 ਨੂੰ ਇਹ ਕਮਿਸ਼ਨ ਬਣਾ ਦਿੱਤਾ ਗਿਆ। ਇਹਦੇ ਹੋਰ ਮੈਂਬਰ ਸੀਗੇ 2, CP ਰਾਮਾਸਵਾਮੀ। ਇਸ ਕਮਿਸ਼ਨ ਦੇ 2 ਮੈਂਬਰ ਸੀਗੇ, CP ਰਾਮਾਸਵਾਮੀ ਅਤੇ ਇੱਕ ਹੋਰ ਸੀਗਾ MC ਸਾਂਗਲਾ। ਇਹ 2 ਮੈਂਬਰ ਸੀਗੇ ਦਾਸ ਕਮਿਸ਼ਨ ਦੇ। ਇਹਨਾਂ ਨੇ ਜਾਂਚ ਪੜਤਾਲ ਕੀਤੀ, ਨਾ ਤਾਂ ਕਮਿਸ਼ਨ ਦੀ ਬਣਤਰ ਅਤੇ ਨਾ ਹੀ ਇਸ ਨੂੰ ਸੌਂਪੇ ਗਏ ਵਿਚਾਰਯੋਗ ਅਕਾਲੀਆਂ ਦੀ ਮਰਜ਼ੀ ਅਨੁਸਾਰ ਸੀਗੇ। ਪਰ ਕਮਿਸ਼ਨ ਨੇ 9 ਜਨਵਰੀ ਨੂੰ ਆਪਦੀ ਰਿਪੋਰਟ ਪੇਸ਼ ਕਰ ਦਿੱਤੀ। ਕਮਿਸ਼ਨ ਨੇ 9 ਜਨਵਰੀ ਨੂੰ 1962 ਨੂੰ ਆਪ ਦੀ ਰਿਪੋਰਟ ਪੇਸ਼ ਕਰ ਦਿੱਤੀ, ਜਿਹਦੇ ਵਿੱਚ ਕਿਹਾ ਗਿਆ ਸਿੱਖਾਂ ਨਾਲ ਕੋਈ ਵਿਤਕਰਾ ਨਹੀਂ ਕੀਤਾ ਗਿਆ। ਪੰਜਾਬੀ ਸੂਬੇ ਦੀ ਮੰਗ ਸਿੱਖ ਰਾਜ ਦੀ ਮੰਗ ਦਾ ਹੀ ਇੱਕ ਰੂਪ ਹੈ। ਆਲੋਚਕਾਂ ਦਾ ਕਹਿਣਾ ਸੀਗਾ ਅਕਾਲੀ ਦਲ ਦਾ ਇਸ ਕਮਿਸ਼ਨ ਦਾ ਬਾਈਕਾਟ ਦਾ ਉਦੇਸ਼ ਮਾੜੀ ਹਾਲਤ ਵਿੱਚ ਇੱਜ਼ਤ ਨੂੰ ਬਚਾਉਣਾ ਸੀ। ਪਰ ਲੇਕਿਨ ਪ੍ਰਧਾਨ ਮੰਤਰੀ ਨੇ ਵਚਨ ਦਿੱਤਾ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਲਈ ਪਟਿਆਲਾ ਦੇ ਵਿੱਚ ਹੁਣ 1962 ਦੇ ਵਿੱਚ ਯੂਨੀਵਰਸਿਟੀ ਸਥਾਪਿਤ ਹੁੰਦੀ ਹੈ, ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਹੋਂਦ ਵਿੱਚ ਆਈ ਸੀਗੀ। ਹੁਣ ਅਕਾਲੀ ਦਲ ਦੇ ਵਿੱਚ ਫੁੱਟ ਪੈ ਜਾਂਦੀ ਹੈ। ਅਕਾਲੀ ਦਲ ਦੇ ਵਿੱਚ ਫੁੱਟ ਪੈ ਗਈ। ਮਾਸਟਰ ਤਾਰਾ ਸਿੰਘ ਅਤੇ ਸੰਤ ਫਤਿਹ ਸਿੰਘ ਦੋਨੋਂ ਅਲੱਗ-ਅਲੱਗ ਹੋ ਜਾਂਦੇ ਨੇਗੇ ਅਤੇ ਫਤਿਹ ਸਿੰਘ ਦਾ ਅਕਾਲੀਆਂ ਦੁਆਰਾ ਸਮਰਥਨ ਬਹੁਤ ਕੀਤਾ ਜਾਂਦਾ ਹੈ। ਹੁਣ ਮਾਸਟਰ ਤਾਰਾ ਸਿੰਘ ਦੀ ਅਗਵਾਈ ਦੇ ਵਿੱਚ ਵੀ ਪੰਜਾਬੀ ਸੂਬਾ ਅੰਦੋਲਨ ਚੱਲਦਾ ਰਿਹਾ ਸੀਗਾ। ਪਰ ਲੇਕਿਨ ਹੁਣ ਕਿਤੇ ਨਾ ਕਿਤੇ ਸੰਤ ਫਤਿਹ ਸਿੰਘ ਇੱਕ ਮਹੱਤਵਪੂਰਨ ਨੇਤਾ ਦੇ ਵਿੱਚ ਆ ਗਏ ਸੀਗੇ ਅਤੇ ਹੁਣ ਸੰਤ ਫਤਿਹ ਸਿੰਘ ਦਾ ਵਿਰੋਧ ਮਾਸਟਰ ਤਾਰਾ ਸਿੰਘ ਨੇ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਹੁਣ ਕੀ ਹੋਇਆ, ਕੁਝ ਇਹੋ ਜਿਹੀਆਂ ਘਟਨਾਵਾਂ ਮਾਸਟਰ ਤਾਰਾ ਸਿੰਘ ਨੇ ਕਰਵਾਈਆਂ ਕਿ ਸੰਤ ਫਤਿਹ ਸਿੰਘ ਕੀ ਹੈ ਉਹ ਸਿੱਖਾਂ ਦੇ ਵਿੱਚ ਕੀ ਹੈ ਇਹਨਾਂ ਦੀ ਜਿਹੜੀ ਲੋਕਪ੍ਰਿਯਤਾ ਉਹ ਘੱਟ ਹੋਵੇ। ਪਰ ਲੇਕਿਨ ਇਹ ਦਿਨੋਂ ਦਿਨ ਵੱਧਦੀ ਗਈ। ਹੁਣ 1962 ਦੇ ਵਿੱਚ ਇੱਕ ਅਕਾਲੀ ਦਲ ਬਣਾਉਣ ਦਾ ਫੈਸਲਾ ਕਰ ਲਿਆ ਸੰਤ ਨੇ। ਲੁਧਿਆਣਾ ਦੇ ਵਿੱਚ ਇੱਕ ਸੰਮੇਲਨ ਬੁਲਾਇਆ ਗਿਆ ਅਤੇ ਉਹਦੇ ਵਿੱਚ ਅਲੱਗ ਅਕਾਲੀ ਦਲ ਬਣਾਉਣ ਦਾ ਫੈਸਲਾ ਕੀਤਾ। ਅਗਸਤ 1962 ਦੇ ਵਿੱਚ ਚੋਣਾਂ ਦੇ ਵਿੱਚ ਦੇਖੋ, ਹੁਣ ਅਗਸਤ 1962 ਮਹੱਤਵਪੂਰਨ ਡੇਟ ਆ ਜਾਂਦੀ ਆਪਣੇ ਸਾਹਮਣੇ। ਹੁਣ 1962 ਦੇ ਵਿੱਚ
ਅਗਸਤ 1962 ਜਦੋਂ ਆਉਂਦੀ ਹੈ, ਇਹ ਮਹੱਤਵਪੂਰਨ ਡੇਟ ਹੈ, ਯਾਦ ਰੱਖਿਓ। ਮਾਸਟਰ ਤਾਰਾ ਸਿੰਘ ਵਿਰੁੱਧ ਜਿਹੜਾ ਸੀਗਾ ਇੱਕ ਮਤਾ ਪੇਸ਼ ਹੁੰਦਾ ਅਵਿਸ਼ਵਾਸ ਦਾ SGPC ਦੁਆਰਾ ਅਤੇ ਬਹੁਮਤ ਨਾਲ। ਅਤੇ ਹੁਣ ਸੰਤ ਸਿੰਘ ਜੀ ਦੀ ਕੀ ਸੀਗੀ ਜਿਹੜੀ ਇਹ ਸਥਿਤੀ ਉਹ ਮਜ਼ਬੂਤ ਹੋ ਗਈ। ਅਤੇ 1965 ਦੀਆਂ SGPC ਚੋਣਾਂ ਦੇ ਵਿੱਚ ਸੰਤ ਜਿਹੜਾ ਗਰੁੱਪ ਸੀਗਾ ਉਹ ਜਿੱਤ ਗਿਆ ਸੀਗਾ। ਹੁਣ ਕਿਤੇ ਨਾ ਕਿਤੇ ਇਹ ਫੁੱਟ ਦੇ ਨਾਲ ਪੰਜਾਬੀ ਅੰਦੋਲਨ ਦਾ ਧੱਕਾ ਲੱਗਿਆ, ਪਰ ਹੁਣ ਇੱਥੇ ਇਹ ਸੀਗਾ ਆਪਣਾ ਲਗਭਗ 1965 ਦੇ ਵਿੱਚ ਜਿਹੜੀਆਂ ਅਕਾਲੀਆਂ ਦਾ ਸੀਗਾ। ਹੁਣ ਇੱਕ ਹੋਰ ਘਟਨਾ ਹੁੰਦੀ ਹੈ, ਪ੍ਰਤਾਪ ਸਿੰਘ ਕੈਰੋਂ ਵੀ ਇੱਥੇ 14 ਜੂਨ 1964 ਨੂੰ ਆਪਦਾ ਅਸਤੀਫਾ ਦੇ ਦਿੰਦੇ ਨੇਗੇ, ਜਿਹੜੇ ਉਸ ਟਾਈਮ ਪੰਜਾਬ ਦੇ ਮੁੱਖ ਮੰਤਰੀ ਸੀਗੇ, ਕਿਉਂਕਿ ਦਾਸ ਕਮਿਸ਼ਨ ਨੇ ਉਹਨਾਂ ਨੂੰ ਕਸੂਰਵਾਰ ਦੱਸਿਆ ਸੀਗਾ। ਪੁੱਤਰਾਂ ਜਿਹੜੇ ਵੀ ਆਪਦੇ ਪੁੱਤਰਾਂ ਅਤੇ ਹੋਰ ਰਿਸ਼ਤੇਦਾਰਾਂ ਦੀ ਅਨੁਚਿਤ ਕਾਰਵਾਈਆਂ ਨਹੀਂ ਰੋਕੀਆਂ, ਦਾਸ ਕਮਿਸ਼ਨ ਨੇ ਕਿਹਾ ਸੀਗਾ। ਦਾਸ ਕਮਿਸ਼ਨ ਨੇ ਸਿੱਧਾ ਆਰੋਪ ਲਗਾਇਆ ਸੀਗਾ ਪ੍ਰਤਾਪ ਸਿੰਘ ਕੈਰੋਂ 'ਤੇ ਕਿ ਉਹ ਆਪਦੇ ਪੁੱਤਰਾਂ ਦੀਆਂ ਅਨੁਚਿਤ ਕਾਰਵਾਈਆਂ ਨਹੀਂ ਰੋਕ ਰਿਹਾ। ਅਤੇ ਹੁਣ ਇੱਥੇ ਜਿਹੜੇ ਆ ਜਵਾਹਰ ਲਾਲ ਨਹਿਰੂ ਦੀ ਮੌਤ ਹੋ ਚੁੱਕੀ ਸੀਗੀ। ਉਸ ਟਾਈਮ ਕੀ ਸੀਗੇ, ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਸੀਗੇ। ਹੁਣ ਇੱਥੇ ਇੱਕ ਮਹੱਤਵਪੂਰਨ ਜਿਹੜੀ ਘਟਨਾ ਹੁੰਦੀ ਹੈ ਕਿ ਪ੍ਰਤਾਪ ਸਿੰਘ ਕੈਰੋਂ ਤਾਂ ਹਟਾ ਦਿੱਤਾ ਗਿਆ, ਅਸਤੀਫਾ ਦੇ ਦਿੱਤਾ ਇਹਨਾਂ ਨੇ। ਹੁਣ ਇੱਥੇ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਦਾ, ਉਹ ਸੀਗਾ ਰਾਮ ਕਿਸ਼ਨ ਉਸ ਸਮੇਂ ਪੰਜਾਬ ਦਾ, ਜੋ ਕਿ ਆਰਿਆ ਸਮਾਜੀ ਵਿਚਾਰਾਂ ਦਾ ਸੀਗਾ। ਇਸ ਨੇ ਇੰਨਾ ਪੰਜਾਬੀ ਸੂਬੇ ਦੀ ਪੱਖ ਦੇ ਵਿੱਚ ਨਹੀਂ ਸੀਗਾ, ਅੰਦੋਲਨ ਨਹੀਂ ਬਣਿਆ, ਕੁਚਲ ਹੋ ਗਿਆ, ਪਰ ਲੇਕਿਨ ਪੰਜਾਬੀ ਸੂਬੇ ਦੀ ਲਈ ਕਿਤੇ ਨਾ ਕਿਤੇ ਪ੍ਰਤਾਪ ਸਿੰਘ ਕੈਰੋਂ ਦਾ ਰਾਜਨੀਤੀ ਵਿੱਚੋਂ ਨਿਕਲ ਜਾਣਾ ਪੰਜਾਬੀ ਸੂਬੇ ਦੇ ਲਈ ਸਹਾਇਕ ਸਿੱਧ ਹੋਇਆ। ਵੀ ਪ੍ਰਤਾਪ ਸਿੰਘ ਕੈਰੋਂ ਵੀ ਅਤੇ ਹੁਣ ਆਇਆ ਤਾਂ ਸੀਗਾ ਇਹ ਰਾਮ ਕਿਸ਼ਨ ਵੀ ਸੀਗਾ, ਉਹ ਵੀ ਪੱਖ ਦੇ ਵਿੱਚ ਨਹੀਂ ਸੀਗਾ। ਪਰ ਲੇਕਿਨ ਹੁਣ ਇੱਥੇ ਇੱਕ ਮਹੱਤਵਪੂਰਨ ਚੀਜ਼ ਹੁੰਦੀ ਹੈ, ਸੰਤ ਫਤਿਹ ਸਿੰਘ ਦੀ ਅਗਵਾਈ ਦੇ ਵਿੱਚ ਫਤਿਹ ਸਿੰਘ ਅਗਵਾਈ ਕਰਕੇ ਇੱਕ ਐਜੀਟੇਸ਼ਨ ਲੈ ਕੇ ਜਾਂਦਾ ਹੈ ਲਾਲ ਬਹਾਦਰ ਸ਼ਾਸਤਰੀ ਦੇ ਕੋਲ 16 ਅਗਸਤ 1965 ਨੂੰ, ਅਤੇ ਐਲਾਨ ਕਰ ਦਿੰਦਾ ਹੈ ਕਿ ਸਵਰਨ ਮੰਦਿਰ ਦੇ ਅੰਦਰ ਪੰਜਾਬੀ ਸੂਬੇ ਦੇ ਸਮਰਥਨ ਦੇ ਵਿੱਚ ਮਰਦ ਵਰਤ ਰੱਖਣਗੇ 10 ਸਤੰਬਰ ਤੋਂ 1965 ਨੂੰ ਕਹਿਤਾ ਵੀ ਅਸੀਂ ਤਾਂ ਮਰਨ ਵਰਤ ਰੱਖਾਂਗੇ, ਸੰਤ ਫਤਿਹ ਸਿੰਘ ਨੇ ਕਹਿਤਾ। ਅਤੇ 16ਵੇਂ ਦਿਨ ਉਹ ਆਪਣੇ ਆਪ ਨੂੰ ਅੱਗ ਲਗਾ ਕੇ ਆਤਮ ਬਲਿਦਾਨ ਦੇਣੇ ਨੇ। ਸਿਰਫ 15 ਦਿਨ ਦਾ ਇਹਨਾਂ ਨੇ ਟਾਈਮ ਦਿੱਤਾ ਸਰਕਾਰ ਨੂੰ। ਪਰ ਇੱਥੇ ਹੁਣ ਗੱਲ ਕੀ ਹੋਈ ਕਿ 6 ਸਤੰਬਰ ਨੂੰ ਉਸ ਸਮੇਂ ਕੀ ਹੋਇਆ ਕਿ 1 ਸਤੰਬਰ ਦੀ ਜਦ ਗੱਲ ਕਰਦੇ ਹਾਂ, 1 ਸਤੰਬਰ 1965 ਨੂੰ ਪਾਕਿਸਤਾਨ ਦਾ ਭਾਰਤ ਦੇ ਨਾਲ ਯੁੱਧ ਛਿੜ ਗਿਆ। ਸਿੱਖਾਂ ਨੇ ਆਪ ਦੀ ਸ਼ਹਾਦਤਾਂ ਦਿੱਤੀਆਂ, ਕਿਤੇ ਨਾ ਕਿਤੇ ਸੰਤ ਫਤਿਹ ਸਿੰਘ ਹੋਰੀ ਜਾਂ ਜਿਹੜੇ ਮਰਨ ਵਰਤ ਰੱਖਣ ਜਾ ਰਹੇ ਸੀਗੇ, ਉਹਨਾਂ ਨੇ ਕਿਤੇ ਨਾ ਕਿਤੇ ਇਹ ਆਪ ਦਾ ਮਰਨ ਵਰਤਨ ਜਿਹੜੀ ਗੱਲ ਸੀਗੀ ਉਹ ਅੱਗੇ ਪਾ ਦਿੱਤੀ ਵੀ ਅਸੀਂ ਪ੍ਰਵਾਨ ਕਰ ਲਿਆ ਵੀ ਅਸੀਂ ਰਾਸ਼ਟਰੀ ਹਿੱਤਾਂ ਦੇ ਵਿੱਚ ਮਰਨ ਵਰਤ ਨਹੀਂ ਰੱਖਦੇ ਹੈਗੇ। ਪਰ ਉਸ ਟਾਈਮ ਦੇ ਜਿਹੜੇ ਸੀਗੇ 6 ਸਤੰਬਰ ਨੂੰ ਗੁਲਜ਼ਾਰੀ ਲਾਲ ਨੰਦਾ 6 ਸਤੰਬਰ 1965 ਨੂੰ ਗੁਲਜ਼ਾਰੀ ਲਾਲ ਨੰਦਾ ਉਹ ਬਿਆਨ ਦਿੰਦੇ ਨੇ ਲੋਕ ਸਭਾ ਦੇ ਵਿੱਚ ਕਿ ਪਾਕਿਸਤਾਨ ਦੇ ਨਾਲ ਯੁੱਧ ਸਮਾਪਤੀ ਹੁੰਦੀ ਹੈ, ਨਾਲ ਦੀ ਨਾਲ ਅਸੀਂ ਪੰਜਾਬੀ ਬੋਲੀ ਦਾ ਜਿਹੜੇ ਸੂਬੇ ਦਾ ਨਿਰਮਾਣ ਕਰਾਂਗੇ। ਅਤੇ ਹੋਇਆ ਵੀ ਇਸ ਤਰ੍ਹਾਂ ਹੀ। ਜਦੋਂ ਵੀ ਯੁੱਧ ਬੰਦ ਹੋਇਆ ਤਾਂ 3 ਮੈਂਬਰਾਂ ਦੀ ਇੱਕ ਕਮੇਟੀ ਗਠਨ ਕੀਤੀ, ਜਿਹਦੀ ਅਗਵਾਈ ਇੰਦਰਾ ਗਾਂਧੀ ਕਰ ਰਹੀ ਸੀਗੀ। ਅਗਵਾਈ ਕਰ ਰਹੀ ਸੀਗੀ। ਇਹਦੇ ਵਿੱਚ YB ਚੌਹਾਨ ਅਤੇ 2 ਹੋਰ ਮੈਂਬਰ ਸੀਗੇ, ਇਹ ਜਿਹੜਾ ਮਹਾਵੀਰ ਤਿਆਗੀ, ਇਹ 2 ਮੈਂਬਰ ਸੀਗੇ। ਹੁਣ ਲੋਕ ਸਭਾ ਦੇ ਸਪੀਕਰ ਦੀ ਪ੍ਰਧਾਨਗੀ ਹੁਕਮ ਸਿੰਘ ਸੀਗਾ, ਜਿਹੜਾ ਉਸ ਟਾਈਮ ਲੋਕ ਸਭਾ ਦਾ ਸਪੀਕਰ ਸੀਗਾ। 22 ਮੈਂਬਰਾਂ ਦੀ ਇੱਕ ਪਾਰਲੀਮੈਂਟ ਕਮੇਟੀ ਬਣਾਈ ਗਈ। ਹੁਣ ਕਿਤੇ ਨਾ ਕਿਤੇ ਪੰਜਾਬੀ ਸੂਬੇ ਦੀ ਮੰਗ ਪ੍ਰਤੀ ਵਿਵਹਾਰ ਸੀਗਾ, ਸਰਕਾਰ ਦੇ ਜਿਹੜਾ ਪ੍ਰਤੀ ਆ ਗਿਆ ਸੀਗਾ, ਕਿਉਂਕਿ ਭਾਰਤ ਪਾਕਿਸਤਾਨ ਯੁੱਧ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਕਹਿ ਦਿੰਦੇ ਹਾਂ ਤਤਕਾਲੀਕਰਨ ਜਿਹੜਾ ਵੀ ਕਹਿ ਸਕਦੇ ਹਾਂ ਭਾਰਤ ਅਤੇ ਪਾਕਿਸਤਾਨ ਦਾ ਯੁੱਧ। ਬਹੁਤ ਸਾਰੀਆਂ ਘਟਨਾਵਾਂ ਰਹੀਆਂ,
ਬਹੁਤ ਸਾਰੀਆਂ ਘਟਨਾਵਾਂ ਰਹੀਆਂ, ਪਰ ਲੇਕਿਨ ਭਾਰਤ ਪਾਕਿਸਤਾਨ ਯੁੱਧ ਕਿਤੇ ਨਾ ਕਿਤੇ ਮਹੱਤਵਪੂਰਨ ਮੋੜ ਸਾਬਿਤ ਹੋਇਆ ਪੰਜਾਬੀ ਸੂਬੇ ਦੇ ਵਿੱਚ। ਕਿਉਂਕਿ ਜਿਹੜਾ ਸੀਗਾ ਇਹਨਾਂ ਨੇ ਰੱਖਿਆ ਸੀਗਾ ਕਿ ਅਸੀਂ ਮਰਨ ਵਰਤ ਰੱਖਾਂਗੇ ਅਤੇ 15 ਦਿਨ ਬਾਅਦ ਅਸੀਂ ਫਿਰ ਖੁਦ ਨੂੰ ਅੱਗ ਲਗਾ ਕੇ ਮਾਰ ਲਵਾਂਗੇ। ਅਤੇ 1 ਸਤੰਬਰ ਨੂੰ ਜਦੋਂ ਪਾਕਿਸਤਾਨ ਦਾ ਹਮਲਾ ਹੁੰਦਾ ਤਾਂ ਇਹ ਕਿਤੇ ਨਾ ਕਿਤੇ ਨੇਤਾ ਰਾਸ਼ਟਰ ਹਿੱਤ ਦੇ ਵਿੱਚ ਆਪਦੇ ਉਹ ਜਿਹੜੀਆਂ ਮੰਗਾਂ ਨੂੰ ਕਿਤੇ ਨਾ ਕਿਤੇ ਰੋਕ ਲੈਂਦੇ ਨੇਗੇ। ਹੁਣ ਇੰਦਰਾ ਗਾਂਧੀ ਦੀ ਸਮਿਤੀ ਆਉਂਦੀ ਹੈ, ਉਹਨਾਂ ਨੇ ਪ੍ਰਭਾਵ ਹੇਠ ਕਾਂਗਰਸ ਦੇ ਵਿੱਚ 10 ਮਾਰਚ 1966 ਨੂੰ ਇੱਕ ਪ੍ਰਸਤਾਵ ਪੇਸ਼ ਕੀਤਾ, ਜਿਸ ਦੇ ਵਿੱਚ ਕਿਹਾ ਗਿਆ ਪੰਜਾਬ ਦੇ ਵਰਤਮਾਨ ਪੰਜਾਬੀ ਰਾਜ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ। ਅਤੇ ਸਤੰਬਰ 1966 ਦੇ ਵਿੱਚ 1966 ਦੇ ਵਿੱਚ ਪੰਜਾਬੀ ਸੂਬੇ ਦਾ ਜਿਹੜਾ ਸੀਗਾ ਬਿੱਲ ਪਾਸ ਹੋ ਗਿਆ। ਹੁਣ ਪਾਸ ਹੋਇਆ ਤਾਂ ਹੁਣ ਇੱਥੇ ਇੱਕ ਮਹੱਤਵਪੂਰਨ ਨਾਮ ਆਉਂਦਾ ਹੈ, ਜੇ.ਸੀ. ਸ਼ਾਹ। ਇਹ ਨਾਮ ਜ਼ਰੂਰ ਯਾਦ ਰੱਖਿਓ ਬਾਈ, ਕਿਉਂਕਿ ਕਈ ਵਾਰ ਸ਼ਾਹ ਨਾਮ ਦੇ 2 ਕਮਿਸ਼ਨ ਹੋ ਸਕਦੇ ਆ, ਜੇ.ਸੀ. ਆ ਸਕਦਾ ਹੈ। ਹੁਣ ਜੇ.ਸੀ. ਸ਼ਾਹ ਸੀਗਾ ਜਿਹੜਾ ਸੀਮਾਵਾਂ ਨਿਰਧਾਰਿਤ ਕਰਨ ਦੇ ਲਈ ਇੱਕ ਆਯੋਗ ਜਾਂ ਕਮੇਟੀ ਬਣਾਈ ਗਈ ਸੀਗੀ, ਬਾਉਂਡਰੀ ਕਮਿਸ਼ਨ ਜਿਹੜਾ ਬਣਾਇਆ ਗਿਆ ਸੀਗਾ, ਉਸ ਦਾ ਇਹ ਪ੍ਰਧਾਨ ਸੀਗਾ। ਅਤੇ ਲਗਭਗ ਪੰਜਾਬ ਪੁਨਰਗਠਨ ਐਕਟ 1966 ਪਾਸ ਕਰ ਦਿੱਤਾ ਗਿਆ, ਅਤੇ ਇਸ ਦੇ ਨਾਲ ਕੀ ਹੈ, ਪੰਜਾਬ 2 ਸੂਬਿਆਂ ਦੇ ਵਿੱਚ ਵੰਡ ਦਿੱਤਾ ਗਿਆ। ਅਤੇ 1 ਨਵੰਬਰ 1966 ਨੂੰ ਸਾਨੂੰ ਪੰਜਾਬੀ ਸੂਬਾ ਜਿਹੜਾ ਅਜੋਕਾ ਪੰਜਾਬ ਹੈ ਉਹ ਮਿਲ ਗਿਆ। ਅਤੇ ਲਗਭਗ ਹਿੰਦੀ ਬੋਲਣ ਵਾਲੇ ਹਰਿਆਣਾ ਦੇ ਵਿੱਚ, ਅਤੇ ਚੰਡੀਗੜ੍ਹ ਪੰਜਾਬ ਹਰਿਆਣਾ ਦੀ ਸਾਂਝੀ ਰਾਜਧਾਨੀ ਬਣਾਤਾ। ਅਤੇ ਚੰਡੀਗੜ੍ਹ ਅਤੇ ਭਾਖੜਾ ਬਿਆਸ ਡੈਮ ਅਤੇ ਪ੍ਰੋਜੈਕਟ ਦਾ ਪ੍ਰਬੰਧਕ ਕੇਂਦਰ ਸਥਾਨ 'ਤੇ ਕਰ ਦਿੱਤਾ ਗਿਆ, ਕੇਂਦਰ ਦੇ ਕੋਲੇ ਹੈ। ਪੰਜਾਬ ਅਤੇ ਹਰਿਆਣਾ ਦਾ ਇੱਕੋ ਗਵਰਨਰ ਹੋਊਗਾ, ਦੋਹਾਂ ਪ੍ਰਾਂਤਾਂ ਦੀ ਸਾਂਝੀ ਹਾਈ ਕੋਰਟ ਹੋਵੇਗੀ, ਅਤੇ ਪੰਜਾਬ ਹਰਿਆਣਾ ਦਾ ਇੱਕ ਸਾਂਝਾ ਬਿਜਲੀ ਬੋਰਡ ਹੋਵੇਗਾ, ਅਤੇ ਪੰਜਾਬੀ ਸੂਬੇ ਦੀ ਗੁਰਮੁਖੀ ਲਿਪੀ ਰਾਜ ਭਾਸ਼ਾ ਹੋਵੇਗੀ, ਅਤੇ ਹਰਿਆਣੇ ਦੀ ਦੇਵਨਾਗਰੀ ਹੋਵੇਗੀ। ਇਹ ਸਾਰੀਆਂ ਗੱਲਾਂ ਸੀਗੀਆਂ, ਇਹ ਸਾਰੇ ਫੈਕਟ ਸੀਗੇ, ਪੰਜਾਬ ਦੇ ਨਾਲ ਸੰਬੰਧਿਤ ਸੀਗੇ। ਤਾਂ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਮਿਲਦੇ ਹਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ, ਤਦ ਤੱਕ ਲਈ ਧੰਨਵਾਦ। ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਗਰੀਬ ਬੱਚਿਆਂ ਦੇ ਕੋਲੇ ਵੀ ਇਹ ਕਿਤੇ ਨਾ ਕਿਤੇ ਮਟੀਰੀਅਲ ਪਹੁੰਚ ਜਾਵੇ। ਤਾਂ ਵਾਹਿਗੁਰੂ ਮਿਹਰ ਕਰੇ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।